ਨਾਨਕ ਸਾਹਿਬ ਮਹਾਰਾਜ ਜੋ ਸਾਡੇ ਵਰਗੇ ਕਲਯੁਗੀ ਜੀਵਾਂ ਦਾ ਉਧਾਰ ਕਰਨ ਵਾਸਤੇ ਜੋ ਆਸਤਕ ਭਾਵਨਾ ਨੂੰ ਭਾਵ ਗੁਰਮੁਖ ਵਾਲੀ ਅਵਸਥਾ ਨੂੰ ਬਣਾ ਕੇ ਮਨਮਤ ਦਾ ਨਾਸ਼ ਕਰਕੇ ਦੁਹਾਗਣ ਦਾ ਰਸਤਾ ਬਦਲ ਕੇ ਸੁਹਾਗਣ ਵਾਲਾ ਜੀਵਨ ਬਣਾ ਕੇ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਸੱਚੀ ਦਰਗਾਹ ਜਾਏ ਸੱਚਾ ਪਿੜ ਮਿਲਿਆ ਵਾਲਾ ਜੀਵਨ ਗੁਰੂ ਸਾਹਿਬ ਜੀ ਬਣਾਉਂਦੇ ਹਨ। ਸੈਯਦ ਜਲਾਲ ਜਿਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਬਚਨ ਸੁਣੇ, ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਹਿਆ ਸਮਾਈ, ਗੁਰ ਈਸ਼ਰ ਗੁਰੂ ਗੋਰਖ ਬਰਮਾ ਗੁਰ ਪਾਰਵਤੀ ਮਾਈ। ਗੁਰਮੁਖ ਦੀ ਅਵਸਥਾ ਕੀ ਹੈ, ਇਹਦੇ ਅਰਥ ਜਾਣਨ ਦਾ ਯਤਨ ਕੀਤਾ। ਮਹਾਰਾਜ ਜੀ ਨੇ ਮੱਕੇ ਵੱਲ ਨੂੰ ਭੇਜਿਆ, ਸਮੁੰਦਰ ਪਾਰ ਕੀਤਾ। ਜਦੋਂ ਦੂਸਰੇ ਕਿਨਾਰੇ 'ਤੇ ਜਾ ਲੱਗਾ, ਦੋ ਘਟਨਾਵਾਂ ਐਸੀਆਂ ਵਾਪਰੀਆਂ ਨੇ। ਇੱਕ ਸਮੁੰਦਰ ਦੇ ਵਿੱਚ ਡੁੱਬਦਾ ਹੋਇਆ ਜਹਾਜ਼, ਔਰ ਦੂਸਰਾ ਇੱਕ ਥਾਂ ਬਰਸਾਤ ਹੋ ਰਹੀ ਹੈ ਔਰ ਇੱਕ ਥਾਂ ਨਹੀਂ। ਅੱਗੋਂ ਕੁਝ ਮਹੰਤਾਂ ਦੀ ਟੋਲੀ, ਮਹੰਤ ਸ਼ਬਦ ਵੈਸੇ ਮਾੜਾ ਨਹੀਂ, ਪਰ ਸਾਡੀਆਂ ਕਰਤੂਤਾਂ ਨੇ ਇਹ ਸ਼ਬਦ ਮਾੜਾ ਕਰ ਦਿੱਤਾ। ਸ਼ਬਦ ਪ੍ਰੇਮ ਸ਼ਬਦ, ਇਸ਼ਕ ਸ਼ਬਦ, ਜਲੂਸ ਸ਼ਬਦ, ਮਹੰਤ ਸ਼ਬਦ, ਮਸੰਦ ਸ਼ਬਦ, ਇਹ ਅਨੰਤ ਐਸੇ ਸ਼ਬਦ ਨੇ ਜਿਹੜੇ ਮਾੜੇ ਨਹੀਂ। ਬੜਾ ਉੱਚਾ ਇਹਨਾਂ ਦੇ ਵਿੱਚ ਗੁਣ ਹੈ, ਮਹੰਤ ਵਿੱਚ, ਮਸੰਦ ਵਿੱਚ। ਪਰ ਸਾਡੀ ਦਿਮਾਗ ਦੀ ਗੰਦਗੀ ਨੇ, ਮਨ ਦੀ ਮਲੀਨਤਾ ਨੇ, ਸਾਡੀਆਂ ਹਰਕਤਾਂ ਨੇ, ਸਾਡੀਆਂ ਕਰਤੂਤਾਂ ਨੇ, ਇਹ ਸਾਰੇ ਹੀ ਸ਼ਬਦ ਜਿਹੜੇ ਨੇ ਮੈਲੇ ਕਰਕੇ ਰੱਖ ਦਿੱਤੇ। ਅੱਜ ਨਗਰ ਕੀਰਤਨ ਨੂੰ ਅਸੀਂ ਜੇ ਕਿਤੇ ਜਲੂਸ ਕਹਿਣਾ ਹੋਵੇ ਤਾਂ ਕਿੰਨਾ ਰੌਲਾ ਪੈ ਜਾਏਗਾ। ਉਸੇ ਵੇਲੇ ਰੌਲਾ ਪੈ ਜਾਏਗਾ, ਵਿਰੋਧ ਕਰਨ ਵਾਲੇ ਖਲੋ ਜਾਣਗੇ ਵੀ ਇਹ ਦੇਖੋ ਜੀ ਨਗਰ ਕੀਰਤਨ ਨੂੰ ਇਹਨਾਂ ਨੇ ਜਲੂਸ ਆਖਿਆ। ਪਰ ਇੱਕ ਸਮਾਂ ਸੀ ਜਦੋਂ ਇਹ ਸ਼ਬਦ ਵਰਤਿਆ ਜਾਂਦਾ ਸੀ ਕਿ ਅੱਜ ਜਲੂਸ ਨਿਕਲਣਾ ਹੈ, ਪਰ ਅਸੀਂ ਉਹਨੂੰ ਇੰਨਾ ਮੈਲਾ ਕਰ ਦਿੱਤਾ ਜਾਂ ਵਿਗਾੜ ਦਿੱਤਾ ਕਿ ਅੱਜ ਅਸੀਂ ਇਹ ਸ਼ਬਦ ਨਹੀਂ ਵਰਤ ਸਕਦੇ। ਮਸੰਦ, ਜੇ ਗੁਰੂ ਸਾਹਿਬ ਮਹਾਰਾਜ ਜੀ ਨੇ ਮਸੰਦਨ, ਜੇ ਉਹ 22 ਪ੍ਰਚਾਰਕ ਮਹਾਰਾਜ ਜੀ ਨੇ ਥਾਪੇ ਆ, ਅਤੇ ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕੋਈ ਮਾੜਾ, ਕੋਈ ਗਲਤ ਕੰਮ ਨਹੀਂ ਕੀਤਾ। ਬੜਾ ਉੱਚਾ ਸੁੱਚਾ ਜੀਵਨ ਸੀ ਉਹਨਾਂ ਦਾ, ਜਿਹੜੇ 22 ਪ੍ਰਚਾਰਕ 22 ਮੰਜੀਆਂ ਥਾਪੀਆਂ। ਪਰ ਅਗਾਂਹ ਜਾ ਕੇ ਜੋ ਉਹਨਾਂ ਨੇ ਹਰਕਤਾਂ ਕੀਤੀਆਂ, ਉਹ ਸ਼ਬਦ ਐਸਾ ਮਾੜਾ ਹੋ ਗਿਆ। ਅੱਜ ਵੀ ਜਦੋਂ ਕੋਈ ਵੀ ਧਾਰਮਿਕ ਦੁਨੀਆ ਵਿੱਚ ਕੋਈ ਮਾੜਾ ਕਰਮ ਕਰੇ ਤੇ ਅਸੀਂ ਕਹਿੰਦੇ ਹਾਂ ਜੀ ਆਹ ਨੇ ਗੁਰੂ ਘਰ ਦੇ ਮਸੰਦ। ਸ਼ਬਦ ਅਸੀਂ ਕਿੱਥੇ ਜੋੜ ਦਿੱਤਾ, ਕਿਉਂਕਿ ਅਸੀਂ ਇਹਨਾਂ ਅਵਸਥਾਵਾਂ ਵਿੱਚ ਪਹੁੰਚ ਕੇ ਜਾਂ ਇਹਨਾਂ ਅਹੁਦਿਆਂ 'ਤੇ ਪਹੁੰਚ ਕੇ ਅਸੀਂ ਸ਼ਬਦ ਨੂੰ ਮਲੀਨ ਕਰ ਦਿੱਤਾ। ਹੁਣ ਮਹੰਤ ਸ਼ਬਦ ਜਦੋਂ ਸਾਡੀ ਰਸਨਾ 'ਤੇ ਆਏਗਾ, ਸਾਨੂੰ ਨਨਕਾਣਾ ਸਾਹਿਬ ਦਾ ਸਾਕਾ ਯਾਦ ਆ ਜਾਂਦਾ ਹੈ। ਜਦੋਂ ਮਹੰਤ ਸ਼ਬਦ ਸਾਡੀ ਰਸਨਾ 'ਤੇ ਆਏਗਾ, ਸਾਨੂੰ ਗੁਰੂ ਕਾ ਬਾਗ ਦਾ ਮੋਰਚਾ ਯਾਦ ਆ ਜਾਂਦਾ ਹੈ। ਉਹ ਮਹੰਤ ਚੇਤੇ ਆ ਜਾਂਦੇ ਆ ਜਿਨ੍ਹਾਂ ਨੇ ਗੁਰਮਤ ਨੂੰ ਇੱਕ ਪਾਸੇ ਰੱਖ ਕੇ ਆਪਣੀ ਮਨਮਤ ਦਾ ਪ੍ਰਚਾਰ ਕੀਤਾ। ਪਰ ਜ਼ਰੂਰੀ ਨਹੀਂ ਕਿ ਇੱਕ ਮਹੰਤ ਮਾੜਾ ਹੈ ਅਤੇ ਬਾਕੀ ਸਾਰੇ। ਮਹੰਤ ਇੱਕ ਬੜਾ ਮਹਾਨ ਸ਼ਬਦ ਹੈ। ਹੁਣ ਇੱਥੇ ਕੁਝ ਮਹੰਤਾਂ ਦੀ ਟੋਲੀ ਜਿਹੜੀ ਆ ਇਹਨੂੰ ਮਿਲੀ ਹੈ ਸੈਯਦ ਜਲਾਲ ਨੂੰ। ਇਹ ਵੀ ਆਪਣੇ ਆਪ 'ਚ ਕਹਿੰਦਾ ਕਹਾਉਂਦਾ ਪੀਰ ਹੈ ਸੈਯਦ ਜਲਾਲ। ਪਰ ਜਦੋਂ ਉਹ ਜਿਹੜੇ ਮਹੰਤ ਨੇ, ਜਾਂ ਕਹਿ ਲਓ ਕਿ ਇੱਕ ਰੱਬੀ ਤੌਰ 'ਤੇ ਉਹਨਾਂ ਨੂੰ ਭੋਜਨ ਮਿਲਦਾ ਹੈ ਛਕਣ ਵਾਸਤੇ, ਪਰ ਜਦੋਂ ਇਹਨੂੰ ਉਹ ਭੋਜਨ ਨਾ ਮਿਲਿਆ ਤਾਂ ਉਹਨਾਂ ਨੇ ਆਖਿਆ ਵੀ ਕੋਈ ਨਾ ਕੋਈ ਤੇ ਵਜ੍ਹਾ, ਕੋਈ ਨਾ ਕੋਈ ਕਾਰਨ ਹੈ ਕਿ ਤੈਨੂੰ ਰੱਬੀ ਭੋਜਨ ਕਿਉਂ ਨਹੀਂ ਮਿਲਿਆ। ਔਰ ਇੱਕ ਦਿਨ ਨਹੀਂ 2 ਦਿਨ ਦਾ ਸਮਾਂ ਤੇਰਾ ਬਤੀਤ ਹੋ ਗਿਆ, ਪਰ ਤੈਨੂੰ ਰੱਬੀ ਭੋਜਨ ਨਹੀਂ ਮਿਲਿਆ, ਤੂੰ 2 ਦਿਨ ਦਾ ਭੁੱਖਾ ਹੈ। ਇਹਦਾ ਮਤਲਬ ਤੇਰਾ ਕਰਮ ਕੋਈ ਐਸਾ ਹੈ ਜਿਹਦਾ ਤੈਨੂੰ ਇਹ ਫਲ ਮਿਲਿਆ ਹੈ। ਇਹਦੇ 'ਚ ਕੋਈ ਸ਼ੱਕ ਨਹੀਂ। ਜਿਹੜੇ ਅਸੀਂ ਦੁੱਖ ਭੁੱਖ ਦੀ ਮਾਰ ਜਿਹੜੇ ਸਾਨੂੰ ਪੈਂਦੀ ਹੈ ਨਾ, ਦੁੱਖ ਔਰ ਭੁੱਖ ਦੀ ਮਾਰ, ਇਹ ਵੀ ਸਾਡੇ ਕਰਮ ਦੇ ਆਧਾਰ 'ਤੇ ਪੈਂਦੀ ਹੈ। ਸਾਡਾ ਕਰਮ ਹੀ ਐਸਾ ਹੈ ਕਿ ਸਾਨੂੰ ਦੁੱਖ ਦੀ ਵੀ ਮਾਰ ਪੈ ਰਹੀ ਹੈ ਅਤੇ ਭੁੱਖ ਦੀ ਮਾਰ ਵੀ। ਇਹ ਵੀ ਉਹਨੇ ਦਾਤ ਦਿੱਤੀ ਹੈ ਸਾਨੂੰ ਸਮਝਾਉਣ ਲਈ, ਸਾਨੂੰ ਸੁਧਾਰਨ ਵਾਸਤੇ। ਇੱਥੇ ਹੁਣ ਜਦੋਂ ਕਹਿੰਦੇ ਨੇ ਸੈਯਦ ਜਲਾਲ ਜਿਹੜਾ ਹੈ ਔਰ ਮਹੰਤ ਜਿਹੜੇ ਉੱਥੇ ਨੇ, ਉਹਨਾਂ ਦੀ ਆਪਸ ਵਿੱਚ ਵਾਰਤਾਲਾਪ ਹੋ ਰਹੀ ਹੈ। ਉਸ ਵਾਰਤਾਲਾਪ ਵਿੱਚ ਕੀ ਕੁਝ ਹੁੰਦਾ ਹੈ, ਕਵੀ ਜੀ ਉਹਦਾ ਜ਼ਿਕਰ ਕਰਦੇ ਹਨ। ਟਿੱਗ ਬਿਠਾਈ ਕੇ ਗਿਰਾ ਅਲਾਈ, ਕਹਿੰਦੇ ਨੇ ਸੈਯਦ ਜਲਾਲ ਨੂੰ ਆਪਣੇ ਕੋਲ, ਇਹ ਜਿਹੜੇ ਮਹੰਤਾਂ ਦੀ ਇੱਥੇ ਟੋਲੀ ਸੀ, ਉਹਨਾਂ ਨੇ ਆਪਣੇ ਢਿੱਗ ਬਿਠਾਏ, ਆਪਣੇ ਕੋਲ ਬਿਠਾ ਕੇ ਗਿਰਾ ਇਲਾਈ ਬੋਲਣਾ ਕੀਤਾ। ਕਿਤ ਤੇ ਆਇਓ ਕਿਤ ਤੂੰ ਜਾਈ, ਕਹਿਣ ਲੱਗੇ ਭਾਈ ਤੂੰ ਕੌਣ ਹੈ, ਕਿੱਥੋਂ ਆਇਆ ਔਰ ਜਾਣਾ ਤੂੰ ਕਿੱਥੇ ਹੈ। ਕੋ ਅਪਰਾਧ ਕੀਣ ਤੈ ਭਾਰਾ, ਚਲੋ ਜਾਣਾ ਕਿੱਥੇ ਹੈ, ਆਇਆ ਕਿੱਥੋਂ ਹੈ, ਇਹ ਗੱਲ ਤਾਂ ਵੱਖਰੀ ਹੈ, ਪਰ ਸਾਨੂੰ ਇਹ ਦੱਸ ਵੀ ਤੂੰ ਅਪਰਾਧ ਕਿਹੜਾ ਕੀਤਾ ਹੈ। ਜਿੱਥੋਂ ਤੱਕ ਸਾਨੂੰ ਮਹਿਸੂਸ ਹੁੰਦਾ ਹੈ ਵੀ ਤੂੰ ਕੋਈ ਅਪਰਾਧ ਕੀਤਾ ਹੈ। ਬੀਤੇ ਤਵੈ ਦਿਨ ਬਿਨਾ ਆਹਾਰਾ, 2 ਦਿਨ ਬਤੀਤ ਹੋ ਗਏ ਨੇ ਤੈਨੂੰ ਬਿਨਾਂ ਆਹਾਰਾ ਭੋਜਨ ਕੀਤਿਆਂ ਬਿਨਾਂ, 2 ਦਿਨ ਦਾ ਸਮਾਂ ਲੰਘ ਗਿਆ ਹੈ। ਸੁਣ ਜਲਾਲ ਬੋਲਿਓ ਤਵੈ ਦੂਰ ਦੇਸ਼ ਤੇ ਆਏ। ਉਸ ਵੇਲੇ ਫਿਰ ਸੈਯਦ ਜਲਾਲ ਇਸ ਪੀਰ ਨੇ ਹੱਥ ਜੋੜ ਕੇ ਆਖਿਆ ਵੀ ਮੈਂ ਬੜੀ ਦੂਰ ਦੇਸ਼ ਤੋਂ ਆਇਆ, ਸਮੁੰਦਰ ਦੇ ਪਰਲੇ ਕਿਨਾਰੇ ਤੋਂ ਆਇਆ ਹਾਂ। ਕਛੂ ਖਤਾ ਨਹਿ ਮੈਂ ਕਰੀ, ਕਰਤ ਜੇ ਦੇਤ ਬਤਾਏ। ਮੈਂ ਤਾਂ ਕੋਈ ਖਤਾ, ਕੋਈ ਭੁੱਲ ਨਹੀਂ ਕੀਤੀ। ਹਾਲਾਂਕਿ ਦੇਖੋ ਅਸੀਂ ਪਤਾ ਨਹੀਂ ਕਿੰਨੇ ਜਾਣੇ ਅਣਜਾਣੇ 'ਚ ਭੁੱਲਾਂ ਹੁੰਦੀਆਂ ਨੇ, ਪਰ ਬੰਦੇ ਨੂੰ ਜੇ ਕਹੀਏ ਉਹਨੇ ਕਹਿਣਾ ਮੈਂ ਤਾਂ ਕੋਈ ਭੁੱਲ ਨਹੀਂ ਕੀਤੀ। ਪਰ ਜਦੋਂ ਅਸੀਂ ਗੁਰੂ ਸਾਹਿਬ ਜੀ ਦੇ ਦੱਸੇ ਮਾਰਗ 'ਤੇ ਤੁਰਨਾ ਤਾਂ ਸਾਨੂੰ ਕਬੂਲਣਾ ਹੀ ਪੈਣਾ ਹੈ ਵੀ ਮਹਾਰਾਜ ਜੀ ਇੱਕ ਨਹੀਂ, ਸਾਡੇ ਕੋਲੋਂ ਪਤਾ ਨਹੀਂ ਕਿੰਨੀਆਂ ਭੁੱਲਾਂ ਹੁੰਦੀਆਂ ਨੇ। ਲਿਖਿਆ ਕਤੇ ਨਾ ਛੁੱਟੀ ਹੈ ਖਿੰਨ ਖਿੰਨ ਭੁੱਲਣ ਹਾਰ। ਅਸੀਂ ਤਾਂ ਪਲ ਪਲ ਵਿੱਚ ਭੁੱਲਣ ਹਾਰੇ ਹਾਂ। ਤੁਸੀਂ ਬਖਸ਼ਣ ਹਾਰ ਬਖਸ਼ਣ ਦਿਓ, ਤੁਸੀਂ ਬਖਸ਼ ਦੇਣ ਵਾਲੇ ਹੋ। ਖਿੰਨ ਖਿੰਨ ਭੁੱਲਣ ਹਾਰ ਬਖਸ਼ਣ ਹਾਰ, ਬਖਸ਼ ਲੈ ਨਾਨਕ ਪਾਰ ਉਤਾਰ। ਇਹਨੇ ਆਖਿਆ ਵੀ ਮੈਂ ਕੋਈ ਅਪਰਾਧ ਨਹੀਂ ਕੀਤਾ। ਹਾਂ ਜੇ ਕੀਤਾ ਹੈ ਤਾਂ ਫਿਰ ਦੇਤ ਬਤਾਏ। ਜੇ ਤੁਹਾਨੂੰ ਪਤਾ ਲੱਗ ਗਿਆ ਵੀ ਮੈਂ ਕੋਈ ਅਪਰਾਧ ਕੀਤਾ ਹੈ ਤਾਂ ਮੈਨੂੰ ਜ਼ਰੂਰ ਦੱਸ ਦੇਵੋ। ਕਹਿਓ ਮਹੰਤ ਸੋ ਬੜ ਕਰਤਾਰਾ, ਉਹ ਮਹੰਤ ਨੇ ਆਖਿਆ ਇਹ ਸਭ ਤੋਂ ਵੱਡਾ ਕੌਣ ਹੈ, ਕਰਤਾਰ ਰੱਬ, ਸਾਰੀ ਕੁਦਰਤ ਦਾ ਮਾਲਕ, ਉਹ ਕਾਦਰ ਕਰਤਾ ਹੈ। ਤਾਂ ਕੋ ਦੋਸ਼ ਨਾ ਬਣੇ ਉਚਾਰਾ। ਹੁਣ ਦੋਸ਼ ਕਰਤਾਰ ਨੂੰ ਨਹੀਂ ਦਿੱਤਾ ਜਾ ਸਕਦਾ, ਦੋਸ਼ ਰੱਬ ਜੀ ਨੂੰ ਨਹੀਂ ਦਿੱਤਾ ਜਾ ਸਕਦਾ, ਦੋਸ਼ ਕਰਮਾਂ ਆਪਣੇ ਕਰਮ ਨੂੰ ਦੋਸ਼ ਦਿੱਤਾ ਜਾ ਸਕਦਾ ਹੈ। ਅਸੀਂ ਵਾਹਿਗੁਰੂ ਜੀ ਨੂੰ ਦੋਸ਼ ਨਹੀਂ ਦੇ ਸਕਦੇ ਵੀ ਤੁਸੀਂ ਇਦਾਂ ਕੀਤਾ, ਇਦਾਂ ਕਰਨਾ ਸੀ, ਆਹ ਕਿਉਂ ਹੋ ਗਿਆ, ਇਹ ਕਿਵੇਂ ਹੋ ਗਿਆ। ਅਸੀਂ ਕੋਈ ਉਲੰਭਾ, ਕੋਈ ਰੋਸ, ਕੋਈ ਦੋਸ਼ ਨਹੀਂ। ਹਾਂ ਆਪਣੇ ਜੀਵਨ ਵਿੱਚ ਝਾਤੀ ਮਾਰ ਕੇ ਦੇਖਣਾ ਵੀ ਸਾਡੇ 'ਚ ਕਮੀ ਕਿੱਥੇ ਰਹਿ ਗਈ, ਕਿਉਂਕਿ ਦੋਸ਼ ਦੇਣਾ ਤੇ ਆਪਣੇ ਕਰਮ ਨੂੰ ਦੇਣਾ ਪੈਣਾ ਹੈ।
ਜੋ ਅਸੀਂ ਕਰਮ ਕੀਤਾ ਹੈ ਉਹੀ ਉਸ ਮਾਲਕ ਦੇ ਘਰ ਚੋਂ ਹੁਕਮ ਜਾਰੀ ਹੋਣਾ ਹੈ। ਇਹ ਵੀ ਨਹੀਂ ਹੈ ਕਿ ਉਹਦਾ ਹੁਕਮ ਗਲਤ ਹੈ। ਮਾਲਕ ਦਾ ਹੁਕਮ ਸਹੀ ਹੈ, ਸਾਨੂੰ ਗਲਤ ਲੱਗਦਾ ਹੈ। ਕਿਉਂ ਲੱਗਦਾ? ਕਿਉਂਕਿ ਅਸੀਂ ਆਪਣੇ ਕਰਮ ਵਿੱਚ ਝਾਤ ਨਹੀਂ ਮਾਰੀ। ਜਦੋਂ ਅਸੀਂ ਆਪਣੇ ਕਰਮ ਵੱਲ ਝਾਤੀ ਮਾਰ ਲਾਂਗੇ ਨਾ ਤੇ ਫਿਰ ਕਹਾਂਗੇ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਮੈਂ ਦੋਸ਼ ਕਿਸੇ ਨੂੰ ਦੇ ਹੀ ਨਹੀਂ ਸਕਦਾ, ਜੋ ਮੈਂ ਕੀਤਾ ਸੀ ਉਹ ਮੈਂ ਪਾ ਲਿਆ। ਇਸ ਲਈ ਕਹਿੰਦੇ ਵੀ ਗੱਲ ਇਹ ਵੀ ਕਰਤਾਰ ਵੱਡਾ ਹੈ, ਰੱਬ ਜੀ ਵੱਡੇ ਨੇ, ਉਹਨਾਂ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ। ਅਪਰਾਧ ਤੋਹੇ ਮੈਂ ਕੋਈ। ਇਹਦਾ ਮਤਲਬ ਫਿਰ ਦੋਸ਼ ਤੇਰਾ ਹੈ। ਜੇ ਰੱਬੀ ਭੋਜਨ ਤੈਨੂੰ ਨਹੀਂ ਮਿਲਿਆ ਫਿਰ ਦੋਸ਼ ਤੇਰਾ ਹੈ, ਤੇ ਤੇਰੇ ਕੋਲੋਂ ਕੋਈ ਨਾ ਕੋਈ ਅਪਰਾਧ ਜ਼ਰੂਰ ਹੋਇਆ ਹੈ। ਭੋਜਨ ਬਿਨ ਬੀਤੇ ਦਿਨ ਦੋਈ। 2 ਦਿਨ ਭੋਜਨ ਤੋਂ ਬਿਨਾਂ ਤੇਰੇ ਬਤੀਤ ਹੋ ਗਏ ਨੇ, ਇਹਦਾ ਮਤਲਬ ਤੂੰ ਕੋਈ ਨਾ ਕੋਈ ਅਪਰਾਧ ਜ਼ਰੂਰ ਕੀਤਾ ਹੋਵੇਗਾ। ਅੱਗੇ ਭੁੱਖਾ ਰਹਿਓ ਕਿ ਨਹੀਂ। ਤੂੰ ਅੱਗੇ ਵੀ ਇਸ ਤਰ੍ਹਾਂ 2 ਦਿਨ ਭੁੱਖਾ ਰਿਹਾ ਕਿ ਨਹੀਂ? 2 ਦਿਨ ਅੱਗੇ ਵੀ ਤੂੰ ਇਸ ਤਰ੍ਹਾਂ ਕਦੇ ਭੁੱਖਾ ਰਿਹਾ ਕਿ ਨਹੀਂ ਰਿਹਾ? ਪਾਛਲ ਬੀਤੀ ਬੈਸ ਕੇ ਮਾਹੀ। ਪਿਛਲਾ ਸਮਾਂ ਤੇਰਾ ਜ਼ਿੰਦਗੀ ਦਾ ਕਿਵੇਂ ਬਤੀਤ ਹੋਇਆ ਹੈ? ਸੁਣ ਜਲਾਲ ਬੋਲਿਓ ਹੋ ਕੈਸੇ। ਅੱਗੋਂ ਫਿਰ ਸੈਯਦ ਜਲਾਲ ਕਹਿੰਦਾ ਵੀ ਨਹੀਂ, ਮੇਰੇ ਨਾਲ ਅੱਗੇ ਪਹਿਲਾਂ ਕਦੇ ਇਸ ਤਰ੍ਹਾਂ ਨਹੀਂ ਹੋਇਆ ਜੋ ਇਸ ਦਿਨਾਂ ਵਿੱਚ ਹੋਇਆ ਹੈ। ਭੁੱਖਾ ਰਹਿਓ ਨਾ ਮੈਂ ਕਬ ਐਸੇ। ਮੈਂ ਕਦੇ ਵੀ ਇਸ ਤਰ੍ਹਾਂ 2 ਦਿਨ ਭੁੱਖਾ ਨਹੀਂ ਰਿਹਾ, ਮੈਂ ਕਦੇ ਵੀ ਭੋਜਨ ਤੋਂ ਬਿਨਾਂ ਨਹੀਂ ਰਿਹਾ। ਬਸ ਆਹ 2 ਦਿਨ ਜਿਹੜੇ ਆ ਨਾ, ਮੈਨੂੰ ਭੋਜਨ ਕਿਉਂ ਨਹੀਂ ਮਿਲਿਆ ਇਹ ਮੈਨੂੰ ਨਹੀਂ ਪਤਾ। ਤੈਂ ਜੋ ਹਟਾਇਓ ਤਾਹੇ ਕੋ ਪੁਨ ਮਨ ਮੈਂ ਹਰਖਾਏ। ਉਹ ਕਹਿਣ ਲੱਗੇ ਫਿਰ ਸੁਣ, ਤੇਰਾ ਅਪਰਾਧ ਕੀ ਹੈ? ਤੂੰ ਅਪਰਾਧ ਸਭ ਤੋਂ ਵੱਡਾ ਇਹ ਕੀਤਾ ਕਿ ਉਸ ਕਰਤਾਰ ਦੇ ਹੁਕਮ ਦੀ ਉਲੰਘਣਾ ਕੀਤੀ ਹੈ। ਤੂੰ ਉਹਦੇ ਹੁਕਮ ਨੂੰ ਰੋਕਣ ਦਾ ਯਤਨ ਕੀਤਾ ਹੈ, ਤੂੰ ਉਹਦੇ ਹੁਕਮ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਲਈ ਕਹਿਣ ਲੱਗੇ ਜਿਹੜਾ 2 ਘਟਨਾਵਾਂ ਤੇਰੇ ਨਾਲ ਵਾਪਰੀਆਂ, ਇੱਕ ਜਹਾਜ਼ ਡੁੱਬ ਰਿਹਾ ਸੀ ਔਰ ਇੱਕ ਜਿਹੜੀ ਬਰਸਾਤ ਹੋ ਰਹੀ ਸੀ, ਕਈ ਥਾਂ ਤੇ ਨਹੀਂ ਸੀ ਹੋ ਰਹੀ, ਪਰ ਤੂੰ ਆਖਿਆ ਵੀ ਇਹ ਬਰਸਾਤ ਜਿਹੜੀ ਆ ਰੁਕ ਜਾਏ, ਤੂੰ ਆਖਿਆ ਵੀ ਇਹ ਜਹਾਜ਼ ਜਿਹੜਾ ਇਹ ਨਾ ਡੁੱਬੇ। ਉਹ ਜਿਹੜੇ ਤੇਰੇ ਕੋਲੋਂ ਅਪਰਾਧ ਹੋਇਆ ਹੈ। ਕਹਿਓ ਹਮਾਰੋ ਅਬ ਚਲੈ ਹਿਰਦੇ ਰਹਿਓ ਗਰਬਾਏ। ਜਦੋਂ ਤੂੰ ਕਿਹਾ ਤੇ ਉਹ ਬਰਸਾਤ ਰੁਕ ਗਈ, ਉਸੇ ਹੀ ਪਲ ਤੇਰੇ ਅੰਦਰ ਗਰਵ ਆ ਗਿਆ, ਹੰਕਾਰ ਆ ਗਿਆ। ਦੇਖੋ ਜਦੋਂ ਸੁਭਾਵਕ ਸਾਡੇ ਮੁੱਖ ਚੋਂ ਕੋਈ ਗੱਲ ਨਿਕਲ ਜਾਏ ਤੇ ਉਹ ਗੱਲ ਸਬਬੀ ਪੂਰੀ ਹੋ ਜਾਏ ਤੇ ਬੰਦਾ ਹੰਕਾਰ ਨਾਲ ਉਸੇ ਵੇਲੇ ਭਰ ਜਾਂਦਾ। ਦੇਖਿਆ ਮੈਂ ਕਿਹਾ ਸੀ, ਦੇਖਿਆ ਮੈਂ ਆਹ ਗੱਲ ਕਹੀ ਸੀ ਤੇ ਆ ਪੂਰੀ ਹੋ ਗਈ। ਉਸੇ ਵੇਲੇ ਹੀ ਅੰਦਰ ਮੈਂ ਆ ਜਾਂਦੀ ਹੈ, ਉਸੇ ਵੇਲੇ ਹੀ ਅੰਦਰ ਹੰਕਾਰ ਆ ਜਾਂਦਾ ਹੈ। ਉਦੋਂ ਨਿਰੰਕਾਰ ਦਾ ਸ਼ੁਕਰਾਨਾ ਨਹੀਂ ਹੁੰਦਾ ਕਿ ਉਹਨੇ ਮੇਰੇ ਮੁਖ ਤੋਂ ਐਸਾ ਬੋਲ ਬਲਵਾਇਆ ਤੇ ਕੰਮ ਹੋ ਗਿਆ। ਨਹੀਂ, ਉਸੇ ਵੇਲੇ ਬੰਦਾ ਕਹਿੰਦਾ ਦੇਖਿਆ ਮੈਂ ਬੋਲਿਆ ਸੀ, ਮੈਂ ਆਹ ਕੀਤਾ ਸੀ, ਮੈਂ ਆਹ ਨਾ ਕੀਤਾ ਹੁੰਦਾ ਇਦਾਂ ਨਹੀਂ ਸੀ ਹੋਣਾ, ਜੇ ਮੈਂ ਆਹ ਨਾ ਬੋਲਦਾ ਤੇ ਇਦਾਂ ਨਹੀਂ ਸੀ ਹੋਣਾ, ਮੈਂ ਆ ਗਈ। ਤੇ ਉਹ ਗਰਵ ਹੰਕਾਰ ਕੀ ਹੈ? ਉਹ ਹੰਕਾਰ ਰੱਬ ਜੀ ਦਾ ਸ਼ਰੀਕ ਬਣਾ ਦਿੰਦਾ ਹੈ। ਹੰਕਾਰ ਬੰਦੇ ਨੂੰ ਇੰਨਾ ਵੱਡਾ ਕਰ ਦਿੰਦਾ ਹੈ ਕਿ ਉਹਦੇ ਸਾਹਮਣੇ ਰੱਬ ਜੀ ਵੀ ਛੋਟੇ ਪੈ ਜਾਂਦੇ ਆ। ਉਹ ਕਹਿੰਦਾ ਰੱਬ ਕੀ ਹੈ? ਰੱਬ ਕੁਛ ਨਹੀਂ ਹੈ, ਮੈਂ ਹੀ ਸਭ ਕੁਝ ਹਾਂ। ਹਰਨਾਕਸ਼ ਦੇ ਵਿੱਚ ਕੀ ਸੀ? ਹਰਨਾਕਸ਼ ਕਹਿੰਦਾ ਮੈਂ ਹੀ ਹਾਂ ਸਭ ਕੁਝ। ਪ੍ਰਹਲਾਦ ਕਹਿੰਦਾ ਨਹੀਂ, ਹਰੀ ਹੀ ਹਰੀ ਹੈ। ਉਹਨੇ ਆਖਿਆ ਮੈਂ ਕਿਸੇ ਹਰੀ ਨੂੰ ਨਹੀਂ ਜਾਣਦਾ, ਮੈਂ ਹੀ ਹਾਂ ਸਭ ਕੁਝ, ਜੋ ਮੈਂ ਕਰਾਂਗਾ ਉਹੀ ਕੁਝ ਹੋਏਗਾ। ਤੇ ਪ੍ਰਹਲਾਦ ਕਹਿੰਦਾ ਨਹੀਂ, ਜੋ ਹਰੀ ਕਰੇਗਾ ਉਹ ਕੁਝ ਹੋਏਗਾ। ਉਹਨੇ ਆਖਿਆ ਠੀਕ ਹੈ ਫਿਰ ਅੱਜ ਫੈਸਲਾ ਕਰ ਲੈਂਦੇ ਆ, ਮੇਰਾ ਜ਼ੋਰ ਚੱਲਦਾ ਹੈ ਕਿ ਤੇਰੇ ਹਰੀ ਦਾ ਜ਼ੋਰ ਚੱਲਦਾ ਹੈ। ਹੰਕਾਰ ਆ ਗਿਆ ਨਾ, ਉਸ ਹੰਕਾਰ ਨੇ ਰੱਬ ਜੀ ਨੂੰ ਵੀ ਛੋਟਾ ਪਾ ਦਿੱਤਾ। ਪਰ ਫਿਰ ਹੋਇਆ ਕੀ? ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਲਾਦ ਤਰਾਇਆ। ਫਿਰ ਉਹ ਹਰੀ ਦਾ ਜਦੋਂ ਜ਼ੋਰ ਚੱਲਾ ਤੇ ਹਰਨਾਕਸ਼ ਦਾ ਹੰਕਾਰ ਟੁੱਟ ਗਿਆ। ਇਸ ਲਈ ਕਹਿਣ ਲੱਗੇ ਤੇਰੇ ਅੰਦਰ ਸੀ ਗਰਭ ਆਏ, ਤੂੰ ਅੰਦਰ ਹੰਕਾਰ ਕਰ ਬੈਠਾ ਸੀ। ਕਹਿਓ ਹਮਾਰੇ ਅਬ ਚਲੇ, ਤੇ ਜੋ ਮੈਂ ਕਹਿੰਦਾ ਉਹ ਸੱਚ ਹੋ ਜਾਂਦਾ ਹੈ ਤੇ ਮੇਰਾ ਕਹਿਆ ਚੱਲਦਾ ਹੈ, ਇਹ ਹੰਕਾਰ ਤੂੰ ਕਰ ਬੈਠਾ ਸੀ। ਤੇ ਕੋ ਕਰਿਓ ਮਿਟਾਵਣ ਲਾਗਾ। ਕਹਿਣ ਲੱਗੇ ਫਿਰ ਤੂੰ ਮਾਲਕ ਦੇ ਹੁਕਮ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ। ਪਾ ਸ਼ਰੀਕ ਤੂੰ ਤਾਹੇ ਕੋ ਭਾਗਾ। ਪਹਿਲਾ ਅਪਰਾਧ ਤੂੰ ਰੱਬ ਜੀ ਦੇ ਹੁਕਮ ਦੀ ਉਲੰਘਣਾ ਕਰਕੇ ਤੇ ਦੂਜਾ ਹੰਕਾਰ ਕਰਕੇ ਤੂੰ ਸ਼ਰੀਕ ਬਣ ਕੇ ਬਹਿ ਗਿਆ। ਜਿਹੜਾ ਤੂੰ ਸ਼ਰੀਕ ਬਣ ਕੇ ਉਹਦੇ ਹੁਕਮ ਨੂੰ ਮੋੜਿਆ, ਇਹ ਅਪਰਾਧ ਹੈ। ਕੇਤਿਕ ਜੀਵਨ ਪਾਪ ਜੇ ਕੀਨੇ। ਕਹਿਣ ਲੱਗੇ ਜਿਨ੍ਹਾਂ ਨੇ ਕਈ ਆਪਣੇ ਜੀਵਨ ਵਿੱਚ ਪਾਪ ਕੀਤੇ ਸਨ, ਤਿਨ ਕੋ ਦੁਖ ਤੈ ਦੇਣ ਨਾ ਦੀਨੇ। ਕਹਿੰਦੇ ਨੇ ਪਰਮਾਤਮਾ ਨੇ ਉਹਨਾਂ ਦੇ ਕੀਤੇ ਪਾਪ ਦੀ ਉਹਨਾਂ ਨੂੰ ਸਜ਼ਾ ਦੇਣੀ ਸੀ। ਹੁਣ ਸਜ਼ਾ ਤੇ ਕਿਸੇ ਨਾ ਕਿਸੇ ਰੂਪ ਵਿੱਚ ਹੀ ਮਿਲਣੀ ਹੈ ਨਾ। ਕਹਿਣ ਲੱਗੇ ਜਿਹੜਾ ਉਹਨਾਂ ਨੇ ਪਾਪ ਕੀਤੇ ਸੀ ਉਹ ਪਾਪ ਦੀ ਉਹਨਾਂ ਨੇ ਸਜ਼ਾ ਭੁਗਤਣੀ ਸੀ। ਕਿਤਕ ਸਿੰਧ ਮਹਿ ਜੀਵ ਜੇ ਜੀਵਤ। ਤੂੰ ਕੀ ਕੀਤਾ? ਤੂੰ ਉਹ ਜਿਹੜਾ ਹੁਕਮ ਮਾਲਕ ਦਾ ਸੀ ਉਹਦੇ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ। ਫਿਰ ਕਈ ਜਿਹੜੇ ਆ ਉਹ ਸਿੰਧ ਦਾ ਅਰਥ ਹੁੰਦਾ ਸਮੁੰਦਰ ਦਾ ਪਾਣੀ ਹੁੰਦਾ ਖਾਰਾ। ਕਈ ਜੀਵ ਐਸੇ ਹੁੰਦੇ ਨੇ ਜਿਹੜੇ ਸਮੁੰਦਰ ਦਾ ਖਾਰਾ ਪਾਣੀ ਨਹੀਂ ਪੀ ਸਕਦੇ ਹਨ। ਸੋ ਸਾਗਰ ਜਲ ਖਾਰ ਨਾ ਪੀਵਤ। ਉਹ ਸਾਗਰ ਸਮੁੰਦਰ ਦਾ ਪਾਣੀ ਖਾਰਾ ਪੀ ਨਹੀਂ ਸਕਦੇ। ਕਈ ਐਸੇ ਜੀਵ ਹੁੰਦੇ ਹਨ। ਤਿਨ ਕੇ ਹੇਤ ਪਰਤ ਜੋ ਬਾਰਾ। ਤਿਨ ਕੇ ਹੇਤ, ਉਹਨਾਂ ਦੀ ਪਿਆਸ ਬੁਝਾਉਣ ਲਈ 12 ਮਹੀਨੇ ਬਰਸਾਤ ਹੁੰਦੀ ਹੈ। ਉਹਨਾਂ ਦੀ ਦੇਖੋ ਕਈਆਂ ਦਾ ਨੁਕਸਾਨ ਹੁੰਦਾ, ਕਈਆਂ ਦਾ ਭਲਾ ਹੁੰਦਾ ਹੈ। ਇਸ ਵਾਸਤੇ ਕਈਆਂ ਜੀਆਂ ਦੀ ਪਿਆਸ ਉਹਦੇ ਨਾਲ ਬੁਝਦੀ ਹੈ। ਸੋ ਕਹਿ ਤੈ ਦੀਨੋ ਨਿਰਵਾਰਾ। ਪਰ ਤੂੰ ਆਖਿਆ ਵੀ ਇਹ ਬਰਸਾਤ ਰੁਕ ਜਾਏ, ਤੂੰ ਉਹਦੇ ਹੁਕਮ ਮਾਲਕ ਦੇ ਕਰਤੇ ਦੇ ਹੁਕਮ ਦੀ ਉਲੰਘਣਾ ਕੀਤੀ ਹੈ। ਤਿਨ ਕੇ ਪਾਪਣ ਦੁਖ ਫਲ ਜੋ। ਕਹਿਣ ਲੱਗੇ ਪਹਿਲੀ ਗੱਲ ਜਿਹੜਾ ਜਹਾਜ਼ ਸੀ ਉਹਨਾਂ ਵਿੱਚ ਜਿਹੜੇ ਜੀਵ ਪਾਪ ਕਰਨ ਵਾਲੇ ਬੈਠੇ ਸਨ, ਉਹਨਾਂ ਦੇ ਜੀਵ ਜਿਹੜੇ ਪਾਪ ਕਰਨ ਵਾਲੇ, ਉਹਨਾਂ ਦੇ ਪਾਪ ਦਾ ਫਲ ਉਹਨਾਂ ਨੂੰ ਮਿਲਣਾ ਸੀ। ਪੁੰਨ ਜੇ ਤਿਖਤ ਜੀਵ ਹਵੈ ਸੋ। ਔਰ ਪੁੰਨ ਦਾ ਅਰਥ ਹੈ ਫਿਰ ਜਿਹੜੀ ਬਰਸਾਤ ਹੋਈ ਉਹਦੇ ਵਿੱਚ ਤਿਖਤ ਜੀਵ ਹਵੈ ਸੋ, ਜਿਹੜੇ ਜੀਵ ਪਿਆਸੇ ਸਨ ਉਹਨਾਂ ਦੀ ਪਿਆਸ ਬੁਝਣੀ ਸੀ। ਬਰਸਾਤ ਦੇ ਪਾਣੀ ਦੇ ਨਾਲ ਕਈਆਂ ਦੀ ਪਿਆਸ ਬੁਝਣੀ ਸੀ। ਸਭ ਕੋ ਭਾਰ ਭਰਿਓ ਗਰ ਤੇਰੇ। ਇਹ ਸਾਰਾ ਭਾਰ ਤੂੰ ਆਪਣੇ ਗਲ ਪਾ ਲਿਆ, ਸਾਰਾ ਭਾਰ ਜਿਹੜਾ ਤੂੰ ਆਪਣੇ ਗਲ ਵਿੱਚ ਪਾ ਲਿਆ, ਭਾਵ ਉਹਦੇ ਹੁਕਮ ਨੂੰ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਭੁੱਗ ਹੋ ਗਏ ਦੁੱਖ ਨਰਕ ਕਨੇਰੇ। ਹੁਣ ਜਿਹੜਾ ਉਹਦੇ ਹੁਕਮ ਤੋਂ ਬਾਹਰ ਹੋ ਜਾਏ ਕੀ ਹੁੰਦਾ? ਆਪਣ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਜਿਹੜਾ ਆਪਣ ਭਾਣੇ, ਜਿਹੜਾ ਕਹਿੰਦਾ ਮੈਂ ਨਹੀਂ ਮੰਨਦਾ ਰੱਬ ਨੂੰ, ਮੈਂ ਨਹੀਂ ਰੱਬ ਦੇ ਹੁਕਮ ਨੂੰ ਮੰਨਦਾ, ਚਲੋ ਰੱਬ ਜੀ ਤਾਂ ਆਪਾਂ ਇੱਕ ਪਾਸੇ ਕਰੀਏ। ਕਈ ਕਹਿੰਦੇ ਅਸੀਂ ਨਹੀਂ ਮੰਨਦੇ ਗੁਰੂ ਗ੍ਰੰਥ ਸਾਹਿਬ ਦੇ ਹੁਕਮ ਨੂੰ, ਪਰ ਜਿਨ੍ਹਾਂ ਨੇ ਮੰਨਿਆ ਹੈ ਉਹਨਾਂ ਨੇ ਆਪਣਾ ਤਨ ਮਨ ਕਟਾ ਕੇ ਆਖਿਆ ਸੀ ਕਿਉਂਕਿ ਇਹ ਮੇਰੇ ਗੁਰੂ ਦਾ ਹੁਕਮ ਸੀ। ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾ। ਇੱਕ ਵਾਰ ਨਹੀਂ, ਭਾਈ ਲਛਮਣ ਸਿੰਘ ਨੂੰ ਪੂਰਾ ਭਰੋਸਾ ਸੀ ਕਿ ਮੇਰੇ ਗੁਰੂ ਦਾ ਹੁਕਮ ਹੈ ਤੇ ਹੁਕਮ ਕਦੇ ਵੀ ਗਲਤ ਨਹੀਂ ਹੁੰਦਾ, ਇਹ ਭਾਣਾ ਵਰਤਣਾ ਹੀ ਵਰਤਣਾ ਹੈ ਔਰ ਵਰਤਿਆ ਵੀ। ਇੱਥੇ ਕਹਿਣ ਲੱਗੇ ਵੀ ਤੂੰ ਮਾਲਕ ਦੇ ਹੁਕਮ ਦੀ ਉਲੰਘਣਾ ਕਰਕੇ ਹੰਕਾਰ ਭਰ ਕੇ ਤੂੰ ਸੋਚਿਆ ਵੀ ਜੋ ਮੈਂ ਕਹਾਂਗਾ ਉਹੀ ਕੁਝ ਹੁੰਦਾ, ਇਹੀ ਤੇਰਾ ਅਪਰਾਧ ਹੈ। ਪਰਮੇਸ਼ਰ ਕੋ ਲਖਿਓ ਇਆਨਾ ਕਿ ਜੋ ਪਰਮਾਤਮਾ ਨੇ ਕੀਤਾ ਉਹ ਗਲਤ ਕੀਤਾ। ਇੱਥੇ ਥੋੜਾ ਜਿਹਾ ਸਮਝ ਕੇ ਚੱਲਿਓ। ਇੱਕ ਦਿਨ ਵੀ ਸ਼ਾਇਦ ਤੁਹਾਡੇ ਨਾਲ ਜ਼ਿਕਰ ਕੀਤਾ ਸੀ ਕਿ ਜੇ ਮੰਗਲਵਾਰ ਬੱਚੇ ਨੇ ਜਨਮ ਲੈ ਲਿਆ ਤੇ ਕੀ ਹੋਇਆ? ਤੇ ਜਨਮ ਉਹਦੇ ਹੁਕਮ 'ਚ ਹੀ ਹੈ ਨਾ। ਜੋਰ ਨਾ ਜੀਵਨ, ਮਰਨ ਨਾ ਜੋਰ, ਨਾ ਜਨਮ ਵਿੱਚ ਜੋਰ ਹੈ ਨਾ ਮੌਤ ਵਿੱਚ ਜੋਰ ਹੈ। ਜੇ ਮੰਗਲਵਾਰ ਬੱਚੇ ਨੇ ਜਨਮ ਲੈ ਲਿਆ ਤੇ ਕੀ ਰੱਬ ਜੀ ਨੇ ਗਲਤੀ ਕੀਤੀ ਹੈ? ਜਿਹੜੇ ਸਿਆਣਿਆਂ ਨੇ ਕੋਲ ਅਸੀਂ ਜਾਂਦੇ ਹਾਂ ਉਹਨਾਂ ਨੇ ਕਿਹਾ ਵੀ ਤੁਹਾਡੇ ਤੇ ਬੜਾ ਮਾੜਾ ਹੋ ਗਿਆ, ਤੁਹਾਡੇ ਘਰ ਤਾਂ ਮੰਗਲਵਾਰ ਬੱਚੇ ਨੇ ਜਨਮ ਲੈ ਲਿਆ, ਇਹ ਤੁਹਾਡੇ ਤੇ ਬੜਾ ਭਾਰੂ ਹੋਏਗਾ। ਉਹ ਡਰ ਗਏ, ਉਹ ਕਹਿੰਦੇ ਹੁਣ ਕੀ ਕਰੀਏ, ਇਹ ਬੜਾ ਭਾਰੂ ਹੈ ਬੱਚਾ ਸਾਡੇ ਤੇ।
ਮੰਗਲਵਾਰ ਪੈਦਾ ਹੋਇਆ, ਉਹ ਕਹਿੰਦੇ ਇਦਾਂ ਕਰੋ ਉਪਾਅ ਕਰਾ ਲਓ ਤੇ ਠੀਕ ਹੋ ਜਾਏਗਾ। ਉਹ ਸਿਆਣੇ ਦੀ ਗੱਲ ਸਾਨੂੰ ਸਮਝ ਆ ਗਈ ਤੇ ਰੱਬ ਨੂੰ ਇਆਣਾ ਬਣਾ ਦਿੱਤਾ। ਅਸੀਂ ਰੱਬ ਜੀ ਨੂੰ ਇਆਣਾ ਹੀ ਬਣਾ ਲਿਆ ਨਾ, ਵੀ ਉਹ ਤੇ ਇਆਣਾ ਹੈ, ਉਹ ਤੇ ਐਵੇਂ ਬੱਚੇ। ਔਰ ਦੂਜੀ ਗੱਲ, ਇਹ ਸੋਮਵਾਰ ਮੰਗਲਵਾਰ ਰੱਬ ਨੇ ਦਿਨ ਨਹੀਂ ਬਣਾਏ, ਇਹ ਅਸੀਂ ਹੀ ਨਾਮ ਰੱਖੇ ਨੇ। ਅਸੀਂ ਹੀ ਇਹ ਨਾਮ ਮਹੀਨਿਆਂ ਦੇ ਨਾਮ ਅਸੀਂ ਰੱਖੇ, ਦਿਨਾਂ ਦੇ ਅਸੀਂ ਰੱਖਿਆ। ਇਹ ਘੜੀਆਂ ਦੀਆਂ ਸੂਈਆਂ ਅਸੀਂ ਬਣਾਈਆਂ ਨੇ, ਮਾਲਕ ਨੇ ਤੇ ਦਿਨ ਰਾਤ ਦਾ ਸਮਾਂ ਬਣਾਇਆ। ਕੋਈ ਦਿਨ ਮਾੜਾ ਨਹੀਂ ਬਣਾਇਆ, ਕੋਈ ਰਾਤ ਮਾੜੀ ਨਹੀਂ ਬਣਾਈ, ਪਰ ਸਾਡੀ ਸੋਚ ਨੇ ਦਿਨ ਰਾਤ ਮਾੜੇ ਕਰਤੇ। ਜੇ ਕਿਤੇ ਬੱਚੇ ਦੇ ਜੰਮਦੇ ਬੱਚੇ ਦੇ ਦੰਦ ਆ ਗਏ ਤਾਂ ਡਰਾ ਦਿੱਤਾ ਵੀ ਇਹ ਤੇ ਬੜਾ ਭਾਰੂ ਹੈ, ਤੇ ਜੇ ਰੱਬ ਜੀ ਦੀ ਮੌਜ ਸੀ ਇਦਾਂ ਦੀ ਤੇ ਅਸੀਂ ਕੀ ਕਹੀਏ ਹੁਣ ਰੱਬ ਜੀ ਇਆਣੇ ਨੇ। ਅਸੀਂ ਸਿਆਣੇ ਆ ਤੇ ਰੱਬ ਇਆਣਾ ਹੋ ਗਿਆ। ਕਿੱਡੀ ਵੱਡੀ ਗਲਤੀ ਅਸੀਂ ਕਰ ਬੈਠਦੇ ਹਾਂ ਵੀ ਬੰਦੇ ਦੀ ਮਾਰੇ ਕਹਿੰਦੇ ਮਨੁੱਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕਹੋ ਇੱਕ ਹੈ ਭਗਵਾਨ। ਸਭ ਕਹਿੰਦੇ ਮਾਰਿਆ ਰੱਖਾ ਇੱਕੋ ਆਪ ਮਨੁੱਖ ਕਹਿ ਕਿਛ ਨਹੀਂ ਹੱਥ, ਬੰਦੇ ਦੇ ਹੱਥ ਕੁਛ ਨਹੀਂ ਹੈ, ਪਰ ਬੰਦਾ ਬੋਲਦੇ ਵੇ ਸੱਚ ਮੰਨ ਲੈਂਦੇ ਆ, ਰੱਬ ਜੀ ਬੋਲਦੇ ਆ ਤੇ ਸਾਨੂੰ ਸਮਝ ਨਹੀਂ ਆਉਂਦੀ। ਬਸ ਇਹੀ ਸਾਡਾ ਦੁਖਾਂਤ ਹੈ। ਹੁਣ ਇੱਥੇ ਉਹਨੇ ਕੀ ਆਖਿਆ, ਕਹਿਣ ਲੱਗੇ ਪਰਮੇਸ਼ਰ ਕੋ ਲਿਖਿਓ ਇਆਨਾ। ਤੂੰ ਰੱਬ ਜੀ ਨੂੰ ਕੀ ਇਆਣਾ ਸਮਝਦਾ ਵੀ ਤੂੰ ਜੇ ਉਹਨੇ ਬਰਸਾਤ ਕੀਤੀਆਂ ਤੇ ਕੀ ਉਹਨੂੰ ਰੱਬ ਜੀ ਨੇ ਕੋਈ ਗਲਤੀ ਕੀਤੀ ਹੈ? ਨਹੀਂ, ਇਹ ਉਹਦੀ ਮੌਜ ਸੀ ਕਿ ਕਈ ਪਿਆਸੇ ਜੀਵ ਨੇ, ਉਹਨਾਂ ਪਿਆਸੇ ਜੀਵਾਂ ਦੀ ਪਿਆਸ ਨੂੰ ਬੁਝਾਉਣਾ। ਔਰ ਸਭ ਤੋਂ ਵੱਡਾ ਤੇ ਪਪੀਹਾ ਜਿਹੜਾ ਪੁਕਾਰ ਕਰਦਾ ਵੀ ਮੇਰੀ ਪਿਆਸ ਬੁਝਾਉਣੀ ਹੈ, ਮੈਨੂੰ ਬਰਸਾਤ ਕਰੋ। ਅਨੰਤ ਐਸੇ ਜੀਵ ਨੇ, ਪਰ ਤੂੰ ਪਰਮੇਸ਼ਵਰ ਨੂੰ ਇਆਣਾ ਸਮਝਿਆ ਹੈ। ਆਪਣ ਜਾਣਿਓ ਪਰਮ ਸਿਆਣਾ। ਹੁਣ ਸੁਭਾਵਕ ਹੈ ਜਦੋਂ ਆਪਾਂ ਸਾਹਮਣੇ ਵਾਲੇ ਨੂੰ ਇਆਣਾ ਸਮਝਾਂਗੇ ਤੇ ਸੁਭਾਵਕ ਹੈ ਆਪਣੇ ਆਪ ਨੂੰ ਸਿਆਣਾ ਸਮਝ ਰਹੇ ਹਾਂ। ਜੇ ਅਸੀਂ ਰੱਬ ਜੀ ਨੂੰ ਇਆਣਾ ਸਮਝਾਂਗੇ ਫਿਰ ਆਪਾਂ ਨੂੰ ਜਾਣਿਓ ਪਰਮ ਸਿਆਣਾ, ਵੀ ਮੈਂ ਬੜਾ ਸਿਆਣਾ, ਵੀ ਜੋ ਮੈਂ ਕਵਾਂਗਾ ਉਹ ਹੋਵੇ, ਜੋ ਮੈਂ ਚਾਹੁੰਦਾ ਉਹ ਹੋਵੇ। ਨਹੀਂ, ਨਰ ਚਾਹਤ ਕਛ ਔਰੇ ਕੀ ਔਰੇ ਪਈ। ਬੰਦਾ ਚਾਹੁੰਦਾ ਕੁਝ ਹੋਰ ਹੈ ਪਰ ਹੁੰਦਾ ਕੁਝ ਹੋਰ ਹੈ। ਜੋ ਹੁੰਦਾ ਉਹ ਉਹਦੀ ਮੌਜ ਹੈ, ਜੋ ਅਸੀਂ ਚਾਹੁੰਦੇ ਹਾਂ ਉਹ ਸਾਡੀ ਮੌਜ ਹੈ। ਪਰ ਜਦੋਂ ਜੋ ਵੀ ਅਸੀਂ ਸੋਚਿਆ, ਪਲੈਨਿੰਗ ਕੀਤੀ, ਐਨ ਮੌਕੇ ਤੇ ਆ ਕੇ ਖੇਡ ਹੋਰ ਬਣ ਗਈ। ਇਹ ਉਹਦਾ ਹੁਕਮ ਮੰਨਣਾ ਪੈਣਾ ਸਾਨੂੰ। ਉਹਦੇ ਭਾਣੇ ਵਿੱਚ ਤਾਂ ਚੱਲਣਾ ਆਪਾਂ, ਉਹਦੇ ਹੁਕਮ ਵਿੱਚ ਤਾਂ ਚੱਲਣਾ। ਜਿਉਂ ਜਿਉਂ ਤੇਰਾ ਹੁਕਮ ਤਿਵੇਂ ਤਿਉਂ ਹੋਵਣਾ, ਜਾ ਰੱਖੇ ਆਪ ਤੇ ਜਾਹੇ ਖੜੋਵਣਾ। ਪਰ ਉਹਦੇ ਲਈ ਸਾਨੂੰ ਇਆਣਾ ਬਣਨਾ ਪੈਣਾ। ਇੱਥੇ ਆ ਕੇ ਕਹਿਣਾ ਪਏਗਾ, ਮਹਾਰਾਜ ਜੀ ਹਮ ਬਾਰਕ ਕਛੂ ਨਾ ਜਾਣੈ ਗਤ ਮਿਤ ਤੇਰੇ ਮੂਰਖ ਮੁਗਦ ਇਆਣਾ। ਅਸੀਂ ਛੋਟੇ ਜਿਹੇ ਬੱਚੇ ਇਆਣੇ ਆ ਜਿਨ੍ਹਾਂ ਨੂੰ ਸਮਝ ਨਹੀਂ ਹੈ ਕਿ ਕੀ ਸਾਡੇ ਲਈ ਮਾੜਾ ਤੇ ਕੀ ਸਾਡੇ ਲਈ ਚੰਗਾ। ਚਲੋ ਇਹ ਵੀ ਜੇ ਕਿਸੇ ਦੇ ਘਰ ਦੇ ਵਿੱਚ ਪੁੱਤਰ ਨਹੀਂ ਆ ਰਿਹਾ, ਧੀਆਂ ਹੀ ਆ ਰਹੀਆਂ ਨੇ, ਤੇ ਅਸੀਂ ਦੋਸ਼ ਰੱਬ ਨੂੰ ਦਿੰਦੇ ਹਾਂ। ਅਸੀਂ ਕਹਿੰਦੇ ਵੀ ਸਾਨੂੰ ਤੇ ਪੁੱਤਰ ਚਾਹੀਦਾ, ਤੁਸੀਂ ਧੀ ਕਿਉਂ ਦੇਈ ਜਾਂਦੇ ਹੋ? ਅਸੀਂ ਸਿਆਣੇ ਆ, ਸਾਨੂੰ ਤੇ ਪੁੱਤਰ। ਪਰ ਮਾਲਕ ਨੂੰ ਪਤਾ ਵੀ ਤੁਹਾਡਾ ਸੰਬੰਧ ਜਿਹੜਾ ਉਹ ਧੀ ਦੇ ਰੂਪ 'ਚ ਬਣਨਾ ਹੈ। ਜਿਹੜੇ ਅਸੀਂ ਸੰਜੋਗੀ ਹਾਂ, ਇਹ ਸਾਡੇ ਪੂਰਬਲੇ ਕਰਮ ਦਾ ਲੇਖਾ ਜੋਖਾ ਹੈ। ਤੇ ਜੇ ਤੁਹਾਡਾ ਲੇਖਾ ਧੀ ਦੇ ਰੂਪ ਵਿੱਚ ਹੋਣਾ ਹੈ, ਪੁੱਤਰ ਕਿੱਥੋਂ ਮਿਲ ਜਾਏਗਾ? ਪਰ ਅਸੀਂ ਫਲ ਦੇ ਕੇ ਪੁੱਤਰ ਵੀ ਦੇਣ ਦੀ ਜਾਚ ਸਿੱਖ ਗਏ ਵੀ ਫਲ ਝੋਲੀ 'ਚ ਪਵਾ ਲਓ ਤੇ ਪੁੱਤਰ ਲੈ ਜਾਓ। ਇਹਦਾ ਮਤਲਬ ਅਸੀਂ ਰੱਬ ਨੂੰ ਕੁਝ ਵੀ ਨਹੀਂ ਜਾਣਦੇ। ਰੱਬ ਜੀ ਤਾਂ ਫਿਰ ਸਾਡੇ ਲਈ ਕੁਝ ਵੀ ਨਹੀਂ ਹੈ। ਬੰਦਾ ਹੈ ਸਿਆਣਾ, ਉਹ ਤਾਂ ਪੁੱਤਰ ਵੀ ਦੇ ਦਿੰਦਾ ਫਲ ਝੋਲੀ 'ਚ ਪਾ ਕੇ। ਇਹਦਾ ਮਤਲਬ ਦਾਤੇ ਦਾਤ ਰੱਖੀ ਹੱਥ ਆਪਣੇ ਜਿਸ ਭਾਵ ਹੈ ਤਿਸ ਦੇ। ਇਹ ਗੱਲ ਝੂਠੀ ਹੈ। ਫਿਰ ਬਹੁਤ ਗੱਲਾਂ ਜਿਹੜੀਆਂ ਸਾਨੂੰ ਸਮਝਣੀਆਂ ਪੈਣੀਆਂ ਨੇ। ਅਸੀਂ ਉਹਨੂੰ ਨਾ ਸਮਝੀ ਵਿੱਚ ਵਰਤ ਜਾਂਦੇ ਹਾਂ, ਪਰ ਬਾਅਦ ਵਿੱਚ ਜਦੋਂ ਸਮਝਾਂਗੇ ਫਿਰ ਗੱਲਾਂ ਬਹੁਤ ਵੱਡੀਆਂ ਹੁੰਦੀਆਂ ਨੇ। ਦਾਤੇ ਦਾਤ ਰੱਖੀ ਹੱਥ ਆਪਣੇ। ਦਾਤੇ ਨੇ ਦਾਤਾਂ ਆਪਣੇ ਹੱਥ 'ਚ ਰੱਖੀਆਂ। ਜੇ ਉਹਨੇ ਦੇਣੀਆਂ ਹੀ ਧੀ ਹੈ ਤੇ ਪੁੱਤ ਕਿੱਥੋਂ ਲੈ ਲਾਂਗੇ ਅਸੀਂ? ਜੇ ਉਹਨੇ ਦੇਣਾ ਹੀ ਪੁੱਤ ਹੈ ਤੇ ਅਸੀਂ ਧੀ ਕਿੱਥੋਂ ਲੈ ਲਾਂਗੇ? ਪੂਰਬ ਜਨਮ ਕੇ ਮਿਲੇ ਸੰਜੋਗੀ। ਇਹ ਸਾਰੇ ਸੰਜੋਗ ਸਾਡੇ ਪੂਰਬਲੇ ਕਰਮ ਦੇ ਹੈ। ਇਸ ਲਈ ਸਤਿਗੁਰੂ ਮਹਾਰਾਜ ਜੀ ਨੇ ਭੇਜਿਆ ਇਸੇ ਲਈ ਸੀ ਵੀ ਗੁਰਮੁਖ ਦਾ ਅਰਥ ਕੀ ਹੁੰਦਾ ਹੈ। ਔਰ ਜਦੋਂ ਇਹ ਗੱਲ ਕਲੀਅਰ ਹੋਣੀ ਹੈ ਤੇ ਆਪਾਂ ਆਪਣੇ ਜੀਵਨ 'ਚ ਦੇਖਣਾ ਸਾਰਿਆਂ ਨੇ ਮੇਰੇ ਸਮੇਤ ਵੀ ਆਪਾਂ ਗੁਰਮੁਖ ਅਖਾਉਣ ਦੇ ਯੋਗ ਹਾਂ ਕਿ ਵਾਕਈ ਇਹ ਗੁਰਮੁਖ ਸ਼ਬਦ ਸਾਡੇ ਤੇ ਢੁਕਦਾ ਕਿ ਨਹੀਂ ਢੁਕਦਾ। ਹੁਣ ਇੱਥੇ ਉਹਨਾਂ ਨੇ ਆਖਿਆ ਵੀ ਮਾਲਕ ਦਾ ਹੁਕਮ ਸੀ ਪਰ ਤੂੰ ਆਪਣੇ ਆਪ ਨੂੰ ਸਿਆਣਾ ਸਮਝਿਆ। ਤੂੰ ਆਖਿਆ ਨਹੀਂ ਜੋ ਮੈਂ ਚਾਹੁੰਦਾ ਉਹ ਹੋਵੇ। ਇਹਦਾ ਮਤਲਬ ਜੇ ਤੂੰ ਸਿਆਣਾ ਹੈ ਤੇ ਫਿਰ ਪਰਮੇਸ਼ਰ ਕੋਲ ਲਿਖਿਓ ਇਆਣਾ। ਪਰ ਇਹ ਉਹ ਘਰ ਹੈ ਜਿੱਥੇ ਬੇਨਤੀ ਅਸੀਂ ਆ ਕੇ ਕਰਨੀ ਹੈ, ਤੇਰੇ ਮੂਰਖ ਮੁਗਧ ਇਆਣਾ। ਮੇਰੇ ਮਾਲਕ ਜੀ ਅਸੀਂ ਉਹ ਬਾਲਕ ਦੀ ਤਰ੍ਹਾਂ ਆਏ ਹਾਂ ਜਿਹਨੂੰ ਨਾ ਅੱਗ ਦਾ ਸੁਭਾਅ ਪਤਾ ਹੈ ਨਾ ਪਾਣੀ ਦਾ ਪਤਾ ਹੈ, ਜਿਹਨੂੰ ਪਤਾ ਹੀ ਨਹੀਂ ਕਿ ਚੰਗਾ ਮਾੜਾ ਕੀ ਹੁੰਦਾ ਹੈ। ਅਸੀਂ ਇਆਣੇ ਬਣ ਕੇ ਆਏ ਹਾਂ। ਤੁਸੀਂ ਮੇਲ ਦਾ ਹੱਥ ਰੱਖ ਕੇ ਸਾਨੂੰ ਸਿਆਣੇ ਕਰ ਦਿਓ। ਅਸੀਂ ਇੱਥੇ ਸਿਆਣੇ ਹੋਣ ਆਏ ਹਾਂ, ਅਸੀਂ ਸਿਆਣੇ ਬਣ ਕੇ ਨਹੀਂ ਆਏ ਹਾਂ। ਇੱਥੇ ਫਿਰ ਕਹਿੰਦੇ ਉਹਨਾਂ ਨੇ ਇਹ ਗੱਲ ਕਹਿਣਾ ਕੀਤੀ, ਬੇਮੁਖ ਅਬ ਤੂਰਨ ਉੱਠ ਜਾਈਐ। ਕਹਿੰਦੇ ਤੂੰ ਤਾਂ ਬੇਮੁਖ ਹੈ। ਜਿਹੜਾ ਉਹਦੇ ਹੁਕਮ ਦੇ ਤੋਂ ਮੁੱਖ ਮੋੜ ਲਵੇ, ਉਹਦੇ ਹੁਕਮ ਦੀ ਉਲੰਘਣਾ ਕਰੇ, ਉਹ ਬੇਮੁਖ ਹੁੰਦਾ ਹੈ। ਤੂੰ ਤਾਂ ਬੇਮੁਖ ਹੈ। ਤੂਰਨ ਉੱਠ ਜਾਈਏ, ਤੂੰ ਇਸੇ ਵੇਲੇ ਸਾਡੇ ਸਾਹਮਣੇ ਉੱਠ ਜਾ। ਅਸੀਂ ਬੇਮੁਖ ਦਾ ਚਿਹਰਾ ਨਹੀਂ ਦੇਖਣਾ ਚਾਹੁੰਦੇ ਹਾਂ। ਇਹਾਂ ਰਹਿਣ ਤਬ ਥਾਨ ਨਾ ਹਈਐ। ਇਹ ਆਹ ਥਾਂ ਤੇਰੇ ਵਰਗੇ ਬੇਮੁਖ ਦੇ ਰਹਿਣ ਵਾਸਤੇ ਨਹੀਂ ਹੈ। ਤਾਂ ਹੀ ਤੇ ਤੈਨੂੰ ਰੱਬੀ ਭੋਜਨ ਨਹੀਂ ਮਿਲਿਆ, ਕਿਉਂਕਿ ਤੂੰ ਬੇਮੁਖ ਹੈ। ਉਸ ਮਾਲਕ ਤੋਂ ਤੇਰਾ ਮੁੱਖ ਮੁੜਿਆ ਹੋਇਆ ਹੈ ਔਰ ਆਹ ਥਾਂ ਤੇਰੇ ਰਹਿਣ ਦੇ ਯੋਗ ਨਹੀਂ ਹੈ। ਸੁਣਿਓ ਜਲਾਲ ਸਮਝ ਤਬ ਆਈ। ਜਦੋਂ ਇੰਨੀ ਗੱਲ ਕਹੀ ਨਾ, ਬਸ ਆਹ ਦੋ ਲਫ਼ਜ਼ਾਂ ਵਾਲੀ ਗੱਲ ਚੋਟ ਕਰ ਗਈ ਅੰਦਰ। ਗੁਰੂ ਅਮਰਦਾਸ ਮਹਾਰਾਜ ਜੀ 20 ਵਾਰ ਯਾਤਰਾ, ਇਹਦਾ ਮਤਲਬ 20 ਸਾਲ ਹੋ ਗਏ ਯਾਤਰਾ ਕਰਦੇ ਆ। ਜੇ ਇੱਕ ਸਾਲ ਵਿੱਚ ਇੱਕ ਵਾਰ ਜਾਂਦੇ ਆ ਤੇ 20 ਵਾਰ 20 ਸਾਲ ਹੋ ਗਏ। 20 ਵਾਰ ਯਾਤਰਾ ਕੀਤੀ ਪਰ ਇੱਕ ਸਾਧੂ ਦਾ ਬੋਲਿਆ ਬੋਲ ਅੰਦਰ ਚੋਟ ਕਰ ਗਿਆ ਕਿ ਇੰਨੇ ਸਾਲ ਯਾਤਰਾ ਕੀਤੀ ਪਰ ਹਜੇ ਗੁਰੂ ਵਾਲੇ ਨਹੀਂ ਬਣੇ। ਬਸ ਉਹ ਇੱਕ ਬੋਲ ਸੀ ਜਿਹੜਾ ਅੰਦਰ ਚੋਟ ਕਰ ਗਿਆ, ਤੀਰ ਵਾਂਗੂ ਖੁੱਭ ਗਿਆ। ਬਸ ਉਸੇ ਵੇਲੇ ਤੁਰ ਪਏ ਵੀ ਮੈਂ ਹੁਣ ਗੁਰੂ ਵਾਲਾ ਬਣਨਾ ਹੈ, ਮੈਨੂੰ ਨਿਥਾਵੇਂ ਨੂੰ ਥਾਂ ਮਿਲਣੀ ਚਾਹੀਦੀ ਹੈ। ਹੁਣ ਇਹ ਵੀ ਬੋਲ ਇਸ ਸੈਯਦ ਜਲਾਲ ਦੇ ਹਿਰਦੇ 'ਚ ਚੁੱਭ ਗਿਆ। ਕਿਹੜਾ? ਬੇਮੁਖ ਅਬ ਤੂਰਨ ਉੱਠ ਜਾਈਏ। ਕਹਿਣ ਲੱਗੇ ਉਹ ਬੇਮੁਖਾ, ਤੂੰ ਤੇ ਰੱਬ ਦੇ ਹੁਕਮ ਦੀ ਉਲੰਘਣਾ ਕਰਦਾ ਹੈ। ਜਿਹੜੇ ਸਨਮੁਖ ਹੁੰਦੇ ਨੇ ਉਹ ਤਾਂ ਕਹਿੰਦੇ ਕਬੀਰ ਕੂਕਰ ਰਾਮ ਕੋ ਮੁਤੀਆਂ ਮੇਰੋ ਨਾਓ ਗਲੇ ਹਮਾਰੇ ਜੇਵਰੀ ਜੈ ਖਿੰਚੈ ਤੈਂ ਜਾਓ। ਜੇਵਰੀ ਕਾਹਦੀ ਹੈ? ਹੁਕਮ ਦੀ। ਵੀ ਮਾਲਕ ਜੀ ਤੁਹਾਡੇ ਹੁਕਮ ਦੀ ਜੇਵਰੀ ਹੈ, ਜੈ ਖਿੰਚੈ ਤੈਂ ਜਾਓ। ਜਿੱਧਰ ਹੁਕਮ ਕਰੋਗੇ ਅਸੀਂ ਤੁਰ ਪਾਂਗੇ ਉਸ ਪਾਸੇ। ਪਰ ਤੂੰ ਬੇਮੁਖ ਹੈ, ਹੁਣੇ ਉੱਠ ਜਾ ਸਾਡੇ ਸਾਹਮਣੇ। ਸੁਣਿਓ ਜਲਾਲ ਸਮਝ ਤਬ ਆਈ। ਜਦੋਂ ਇਸ ਸੈਯਦ ਨੇ ਇਹ ਗੱਲ ਸੁਣੀ ਤਾਂ ਫਿਰ ਇਹਨੂੰ ਸਮਝ ਆ ਗਈ। ਬੋਲਿਓ ਬੋਹਰ ਹਿਰਦੇ ਪਛਤਾਈ। ਫਿਰ ਪਛਤਾਵਾ ਹੋ ਗਿਆ ਵੀ ਮੈਂ ਆਪਣੇ ਆਪ ਨੂੰ ਸਿਆਣਾ ਤੇ ਰੱਬ ਜੀ ਨੂੰ ਇਆਣਾ ਸਮਝ ਬੈਠਾ। ਉਹਦੇ ਹੁਕਮ ਦੀ ਉਲੰਘਣਾ, ਜੇ ਉਹਨੇ ਇਸ ਤਰ੍ਹਾਂ ਹੁਕਮ ਵਰਤਾਇਆ ਤੇ ਮੈਨੂੰ ਕਿਉਂ ਨਾ ਚੰਗਾ ਲੱਗਾ। ਸਮਝ ਆ ਗਈ, ਪਛਤਾਇਆ। ਕਹਿੰਦੇ ਫਿਰ ਆਪਣੇ ਆਪ ਵਿੱਚ ਪਛਤਾਵਾ ਹੋਇਆ। ਜੇ ਪਾਣਾ ਮਾਨੇ ਸੇ ਕੈਸੇ। ਜਿਹੜੇ ਉਸ ਮਾਲਕ ਦੇ ਪਾਣੀ ਨੂੰ ਮਿੱਠਾ ਕਰਕੇ ਮੰਨਦੇ ਹਨ, ਪੁੱਤਰ ਮੋਹੇ ਬਤਾਵ ਹੋਇਆ ਸੇ। ਫਿਰ ਉਹਨਾਂ ਨੂੰ ਗੁਰਮੁਖ ਕਹਿੰਦੇ ਆ ਤੁਸੀਂ ਮੈਨੂੰ ਸਮਝਾਉਣਾ ਕਰੋ। ਅਸਲ ਵਿੱਚ ਤਾਂ ਹੁਕਮ ਮੰਨਣ ਦੀ ਜਾਂਚ ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਜੀ ਤੱਕ ਬਾਖੂਬੀ ਸਮਝਾਈ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸ਼ਹੀਦੀ ਪੁਰਬ ਆ ਰਿਹਾ ਆਉਣ ਵਾਲੇ ਸਮੇਂ 'ਚ, ਤੇ ਇਸ ਤੋਂ ਵੱਡਾ ਭਾਣਾ ਮੰਨਣ ਦਾ ਤਰੀਕਾ ਮਹਾਰਾਜ ਤੋਂ ਵੱਧ ਕੌਣ ਦੱਸ ਸਕਦਾ ਹੈ? ਨਹੀਂ ਤਾਂ ਕੀ ਲੋੜ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਬੜਾ ਸੋਹਣਾ ਹਰਮੰਦਰ ਸਾਹਿਬ ਦਰਬਾਰ ਸਾਹਿਬ ਅੰਮ੍ਰਿਤਸਰ ਸਿਫਤੀ ਦੇ ਘਰ 'ਚ ਬੈਠੇ ਆ, ਪਰ ਲਾਹੌਰ ਜਾ ਕੇ ਤਤੀ ਤਵੀ ਤੇ ਬੈਠੇ ਨੇ।
ਸਤਿਗੁਰੂ ਜੀ ਤਤੀ ਤਵੀ ਤੇ ਬੈਠਿਆਂ ਵੀ ਕਹਿ ਰਿਹਾ ਤੇਰਾ ਕੀਆ ਮੀਠਾ ਲੱਗੈ, ਉਹਦਾ ਹੁਕਮ ਮਿੱਠਾ ਕਰਕੇ ਮੰਨ ਰਿਹਾ। ਨਾਮ ਪਦਾਰਥ ਨਾਨਕ ਮੰਗੈ, ਤਤੀ ਤਵੀ ਤੇ ਬਹਿ ਕੇ ਵੀ ਨਾਮ ਦਾ ਪਦਾਰਥ ਮੰਗ ਰਿਹਾ। ਅਸੀਂ ਮਖਮਲੀ ਗੱਦੀਆਂ ਤੇ ਆਰਾਮ ਕਰਕੇ ਫਿਰ ਵੀ ਨਹੀਂ ਕਹਿੰਦੇ ਵਿਸਰ ਨਹੀਂ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ। ਅਸੀਂ 36 ਪ੍ਰਕਾਰ ਦੇ ਭੋਜਨ ਖਾ ਕੇ ਵੀ ਨਹੀਂ ਕਹਿੰਦੇ ਕਿ ਵਾਹਿਗੁਰੂ ਤੇਰਾ ਸ਼ੁਕਰ ਹੈ, ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ ਵੀ ਤੇਰਾ ਦਿੱਤਾ ਅਸੀਂ ਖਾਧਾ ਹੈ, ਕਿਉਂਕਿ ਅਸੀਂ ਅਕਿਰਤ ਘਣ ਵੀ ਹੋ ਗਏ, ਨਾ ਸ਼ੁਕਰੇ ਵੀ ਹੋ ਗਏ ਔਰ ਬੇਮੁਖ ਵੀ ਹੋ ਗਏ। ਪਰ ਮੁਬਾਰਕ ਹੈ ਜਿਹੜੇ ਸ਼ੁਕਰਾਨਾ ਪਲ ਪਲ ਕਰਦੇ, ਸਾਰਿਆਂ ਦੀ ਗੱਲ ਨਹੀਂ ਹੋ ਰਹੀ। ਮੁਬਾਰਕ ਹੈ ਜਿਹੜੇ ਗੁਰਮੁਖ ਬਣ ਕੇ ਉਹਦਾ ਭਾਣਾ ਮਿੱਠਾ ਕਰਕੇ ਮੰਨਦੇ ਆ, ਜਿਹੜੇ ਦੁੱਖ ਵਿੱਚ ਵੀ ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਆ। ਮੁਬਾਰਕ ਹੈ ਉਹਨਾਂ ਰੂਹਾਂ ਨੂੰ, ਉਹਨਾਂ ਗੁਰੂ ਕੇ ਪਿਆਰਿਆਂ ਨੂੰ ਜਿਹੜੇ ਭਾਣੇ ਵਿੱਚ ਰਹਿ ਕੇ ਹਰ ਕਦਮ ਚੱਲਦੇ ਨੇ। ਸਤਿਗੁਰੂ ਮਹਾਰਾਜ ਦੇ ਇਸ ਇਤਿਹਾਸ ਵਿੱਚ ਜਦੋਂ ਇਸ ਜਲਾਲ ਨੂੰ ਸੈਯਦ ਨੂੰ ਸਮਝ ਆਈ, ਉਹਨੇ ਆਖਿਆ ਮੈਨੂੰ ਦੱਸੋ ਵੀ ਅਸਲ ਦੇ ਵਿੱਚ ਭਾਣਾ ਕਿਵੇਂ ਮੰਨੀਦਾ ਹੈ। ਕਹੈ ਮਹੰਤ ਜੇ ਭਾਣਾ ਮੰਨੈ, ਮਹੰਤ ਨੇ ਆਖਿਆ ਵੀ ਸੌਖੀ ਗੱਲ ਇਹ ਆ ਵੀ ਸੱਜਣਾ ਤੇ ਜਿਹੜਾ ਉਹਦਾ ਭਾਣਾ ਉਹਦਾ ਹੁਕਮ ਮਿੱਠਾ ਕਰਕੇ ਮੰਨਦੇ ਹਨ, ਸੇ ਗੁਰਮੁਖ ਹੈ ਮਨੁ ਜਸੋ ਜਾਣੈ। ਉਹ ਨੇ ਅਸਲ ਵਿੱਚ ਸੁਜਾਨ ਮਨੁੱਖ ਜਿਹੜੇ ਨੇ ਉਹ ਗੁਰਮੁਖ ਨੇ। ਹੁਣ ਗੁਰਮੁਖ ਦੇ ਅਰਥ ਸਮਝਣ ਲਈ ਤੇ ਤੁਰਿਆ ਸੀ ਇਹ। ਉਹਨੇ ਆਖਿਆ ਵੀ ਜਿਹੜੇ ਉਹਦੇ ਭਾਣੇ ਵਿੱਚ ਉਹਦੇ ਹੁਕਮ ਵਿੱਚ ਚੱਲਣ ਉਹਨੂੰ ਗੁਰਮੁਖ ਕਹਿੰਦੇ ਹਨ। ਜੋ ਭਾਣਾ ਮੇਟੇ ਕਰਤਾਰਾ, ਤੇ ਜਿਹੜਾ ਉਹਦੇ ਭਾਣੇ ਨੂੰ ਨਾ ਮੰਨੇ ਉਹਨੂੰ ਪਰੇ ਕਰਦੇ, ਮੈਂ ਨਹੀਂ ਮੰਨਦਾ ਰੱਬ ਜੀ ਦਾ ਹੁਕਮ। ਕਈ ਤੇ ਰੱਬ ਨੂੰ ਨਹੀਂ ਮੰਨਦੇ, ਹੁਕਮ ਮੰਨਣ ਦੀ ਗੱਲ ਤੇ ਬੜੀ ਦੂਰ ਦੀ ਹੈ। ਪਹਿਲੇ ਤਾਂ ਸਾਨੂੰ ਰੱਬ ਹੈ ਇਹ ਮੰਨਣਾ, ਜਿਹੜਾ ਮੰਨਣਾ ਪਏਗਾ। ਸਭ ਕਹਿੰਦੇ ਪਹਿਲਾਂ ਇਹ ਮੰਨ ਕਿ ਉਹ ਹੈ। ਅਸੀਂ ਤੇ ਇੰਨੇ ਨਾਸਤਕ ਹੋ ਗਏ, ਕਹਿੰਦੇ ਰੱਬ ਹੈ ਹੀ ਕੋਈ ਨਹੀਂ, ਰੱਬ ਨਾਮ ਦੀ ਕੋਈ ਚੀਜ਼ ਹੀ ਕੋਈ ਨਹੀਂ ਹੈ। ਕਈ ਇੰਨੇ ਨਾਸਤਕ ਹੋ ਚੁੱਕੇ ਆ ਵੀ ਅੱਜ ਸਪਸ਼ਟ ਕਰਨਾ ਪੈਣਾ ਵੀ ਕੁਦਰਤ ਵਿੱਚ ਕਾਦਰ ਵਸਦਾ ਹੈ। ਹੁਣ ਇੱਥੇ ਕਹਿਣ ਲੱਗੇ ਵੀ ਜਿਹੜਾ ਭਾਣਾ ਕਰਤਾਰ ਦਾ ਮੇਟ ਦਿੰਦੇ, ਪਾਪ ਕੀ ਮੁਖ ਫੇਰ ਲੈਂਦੇ ਹਨ, ਸੋ ਬੇਮੁਖ ਦੁਖ ਪਾਵੇ ਭਾਰਾ। ਉਹ ਗੁਰਮੁਖ ਨਹੀਂ ਹੁੰਦੇ, ਉਹ ਮਨਮੁਖ ਹੁੰਦੇ ਨੇ। ਜਿਹੜੇ ਉਹਦੇ ਭਾਣੇ ਤੋਂ ਉਹਦੇ ਹੁਕਮ ਤੋਂ ਮੁਖ ਮੋੜ ਲੈਂਦੇ ਨੇ, ਸੋ ਬੇਮੁਖ ਦੁਖ ਪਾਵੇ ਭਾਰਾ। ਉਹ ਬੇਮੁਖ ਵੀ ਹੁੰਦੇ ਨੇ ਪਰ ਭਾਰੀ ਦੁੱਖ ਵੀ ਸਹਿਣਾ ਪੈਂਦਾ ਹੈ। ਤਬ ਜਲਾਲ ਬੋਲਿਓ ਬਚਨ ਭਲੋ ਮਾਇਨਾ ਪਾਏ। ਉਸੇ ਵੇਲੇ ਹੱਥ ਜੁੜ ਗਏ ਉਹ ਸੈਯਦ ਜਲਾਲ ਦੇ, ਕਹਿੰਦੇ ਗੁਰਮੁਖ ਪਿਆਰਿਓ ਮੈਨੂੰ ਗੁਰਮੁਖ ਦਾ ਅਰਥ ਸਮਝ ਆ ਗਿਆ ਵੀ ਜਿਹੜਾ ਉਹਦੇ ਭਾਣੇ 'ਚ ਚੱਲੇ ਉਹ ਗੁਰਮੁਖ, ਜਿਹੜਾ ਉਹਦੇ ਤੋਂ ਮੁਖ ਫੇਰ ਕੇ ਚੱਲੇ ਉਹ ਮਨਮੁਖ ਹੈ। ਇਸ ਲਈ ਸਮਝ ਆ ਗਿਆ ਵੀ ਗੁਰਮੁਖ ਕੌਣ ਹੁੰਦਾ ਹੈ। ਅਸੀਂ ਆਉਂਦੇ ਸਾਰੇ ਹੀ ਹਾਂ, ਪਹਿਲਾਂ ਹੀ ਜ਼ਿਕਰ ਕੀਤਾ ਸੀ ਵੀ ਜਦੋਂ ਅਰਥ ਕਲੀਅਰ ਹੋਵੇ ਫਿਰ ਆਪਣੇ ਅੰਦਰ ਝਾਤੀ ਮਾਰਿਓ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਕਿੰਨਾ ਕੁ ਮੰਨਦੇ ਹਾਂ, ਅਸੀਂ ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਕਿੰਨਾ ਕੁ ਅਸੀਂ ਚੱਲਦੇ ਹਾਂ, ਗੁਰੂ ਸਾਹਿਬ ਦੇ ਹੁਕਮ ਦੇ ਵਿੱਚ ਕਿੰਨਾ ਅਸੀਂ ਤੁਰਦੇ ਹਾਂ। ਇਹ ਆਪਣੇ ਆਪਣੇ ਅੰਦਰ ਝਾਤੀ ਮਾਰੋ। ਸੇਵਕ ਸਿੱਖ ਪੂਜਣ ਸਭ ਆਵੇਂ, ਸਭ ਗਾਵੇਂ ਹਰ ਹਰ ਉਤਮ ਬਾਣੀ। ਸਾਰੇ ਉਸ ਮਾਲਕ ਦੀ ਬਾਣੀ ਨੂੰ ਗਾਉਂਦੇ ਨੇ। ਮਹਾਰਾਜ ਜੀ ਕਹਿੰਦੇ ਆ ਸਾਰੇ ਸਿੱਖ ਵੀ ਆਏ, ਸੇਵਕ ਰੂਪ ਵਿੱਚ ਵੀ ਆਏ। ਗਾਵਿਆ ਸੁਣਿਆ ਤਿੰਨ ਕਾ ਹਰ ਥਾਏ ਪਾਵੈ, ਜਿਨੇ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਜਿਹਨੇ ਸਤ ਸਤ ਦੋ ਵਾਰੀ ਆਇਆ, ਜਿਹਨੇ ਕਹਿਣ ਲੱਗੇ ਬਾਹਰੋਂ ਵੀ ਤੇ ਅੰਦਰੋਂ ਵੀ, ਮੁੱਖ ਕਰਕੇ ਵੀ ਤੇ ਮਨ ਕਰਕੇ ਵੀ, ਜਿਹਨੇ ਕਹਿ ਲਓ ਕਿ ਮਨ ਬਚ ਕਰਮ ਕਰਕੇ ਉਹਦੇ ਹੁਕਮ ਨੂੰ ਸਤ ਕਰਕੇ ਮੰਨ ਲਿਆ। ਸਾਹਿਬ ਕਹਿੰਦੇ ਉਹ ਹੈ ਅਸਲ ਵਿੱਚ ਗੁਰਮੁਖ। ਉਹਦੀ ਅਵਸਥਾ ਗੁਰਮੁਖਾਂ ਵਾਲੀ ਹੁੰਦੀ ਹੈ, ਫਿਰ ਉਹ ਗੁਰਮੁਖ ਲਾਹਾ ਲੈ ਕੇ ਜਾਂਦਾ ਹੈ। ਇਸ ਲਈ ਇਹਨੇ ਹੱਥ ਜੋੜ ਕੇ ਆਖਿਆ ਵੀ ਭਲੇ ਮਾਈ ਨਾ ਪਾਏ, ਮੈਨੂੰ ਗੁਰਮੁਖ ਦੇ ਬੜੇ ਚੰਗੇ ਅਰਥ ਤੁਸੀਂ ਸਮਝਾ ਦਿੱਤੇ ਹਨ। ਮੱਕੇ ਜਾਵਣ ਤੇ ਬਚਿਓ ਨਿਸ਼ਾ ਭਈ ਮਨ ਆਏ। ਮੇਰੇ ਮਨ ਵਿੱਚ ਯਕੀਨ ਹੋ ਗਿਆ ਗੁਰਮੁਖ ਕਿਹਨੂੰ ਆਪਾਂ ਕਹਿੰਦੇ ਆ, ਜਿਹੜਾ ਸਤਿਗੁਰੂ ਦਾ ਭਾਣਾ ਮੰਨੇ, ਜਿਹੜਾ ਸਤਿਗੁਰੂ ਦੇ ਭਾਣੇ ਦੇ ਵਿੱਚ ਉਹਦੇ ਹੁਕਮ ਦੇ ਵਿੱਚ ਚੱਲੇ, ਉਹ ਗੁਰਮੁਖ ਹੁੰਦਾ ਹੈ। ਮੈਂ ਹੁਣ ਮੈਨੂੰ ਮੱਕੇ ਜਾਣ ਦੀ ਲੋੜ ਨਹੀਂ, ਮੈਨੂੰ ਜਿਹੜਾ ਅਰਥ ਸਮਝਣਾ ਸੀ ਉਹ ਇੱਥੇ ਸਮਝ ਆ ਗਿਆ। ਇੱਕ ਦਰਵੇਸ਼ ਮਿਲਿਓ ਮੁਝ ਆਈ। ਕਹਿੰਦੇ ਨੇ ਇੱਕ ਦਰਵੇਸ਼ ਸਮੁੰਦਰ ਦੇ ਪਰਲੇ ਪਾਸੇ ਜਿੱਧਰੋਂ ਮੈਂ ਆਇਆ ਉੱਥੇ ਮੈਨੂੰ ਇੱਕ ਦਰਵੇਸ਼ ਮਿਲਿਆ ਸੀ। ਗੁਰਮੁਖ ਕੀ ਤਿਨ ਗਿਰਾ ਅਲਾਈ। ਉਹ ਕਹਿ ਰਹੇ ਸੀ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਹਿਆ ਸਮਾਈ। ਉਹ ਇਹ ਗਾ ਰਹੇ ਸਨ। ਲੈਣ ਮਾਇਨਾ ਮੈਂ ਚਲ ਆਇਓ। ਤੇ ਮੈਂ ਗੁਰਮੁਖ ਦੇ ਅਰਥ ਸਮਝਣ ਲਈ ਤੁਰਿਆ ਸਾਂ। ਇੱਥੇ ਤੱਕ ਜੇ ਮੈਂ ਆਇਆ ਤੇ ਗੁਰਮੁਖ ਦੇ ਅਰਥ ਸਮਝਣ ਆਇਆ ਸਾਂ। ਸੋ ਤੁਮ ਤੇ ਨੀਕੀ ਬਿਤ ਪਾਇਓ। ਕਹਿੰਦੇ ਮੈਂ ਇਹ ਅਰਥ ਤੁਹਾਡੇ ਕੋਲੋਂ ਚੰਗੀ ਤਰ੍ਹਾਂ ਸਮਝ ਲਏ ਹਨ। ਕਹੈ ਮਹੰਤ ਸੋ ਜੋ ਦਰਵੇਸ਼ਾ। ਕਹਿੰਦੇ ਉਹ ਕਿੱਡੀ ਕਮਾਈ ਵਾਲੇ ਹੋਣਗੇ ਜਿਨ੍ਹਾਂ ਦੀ ਸੁਰਤ ਗੁਰੂ ਨਾਨਕ ਜੀ ਨਾਲ ਜੁੜੀ ਆ। ਇਹ ਕਿੰਨੀ ਕਮਾਈ ਵਾਲਾ ਜੀਵਨ ਅੰਦਰ ਹੋਏਗਾ। ਕਹਿੰਦੇ ਉਹਨਾਂ ਨੇ ਆਖਿਆ ਵੀ ਪੀਰ ਜੀ ਸੈਯਦ ਜੀ ਉਹ ਜਿਹਨੂੰ ਤੁਸੀਂ ਦਰਵੇਸ਼ ਕਹਿ ਰਹੇ ਹੋ ਉਹ ਆਪ ਹੀ ਖੁਦਾ ਹੈ। ਜਿਹਨੂੰ ਤੁਸੀਂ ਦਰਵੇਸ਼ ਕਹਿ ਰਹੇ ਹੋ ਨਾ, ਮੈਨੂੰ ਇੱਕ ਦਰਵੇਸ਼ ਮਿਲਿਆ, ਉਹ ਦਰਵੇਸ਼ ਦੇ ਰੂਪ ਵਿੱਚ ਆਪ ਹੀ ਰੱਬ ਹੈ। ਪੂਰਨ ਪੁਰਖ ਲਕ ਹੋ ਜਗਤੇਸ਼ਾ। ਉਹ ਜਗਤ ਦਾ ਈਸ਼ਵਰ ਹੈ, ਉਹ ਆਪ ਹੀ ਪੂਰਨ ਪੁਰਖ ਕਰਤਾ ਪੁਰਖ, ਉਹ ਆਪ ਹੀ ਸਤਪੁਰਖ ਹੈ। ਐ ਸਰਬੱਗ ਲਕ ਹੋ ਗੁਣ ਖਾਨੀ। ਉਹ ਸਰਬ ਗਿਆਨ ਨਾਲ ਭਰਪੂਰ, ਸਾਰੇ ਹੀ ਗੁਣਾਂ ਦੇ ਖਜ਼ਾਨੇ ਹਨ। ਜਾਏ ਸ਼ਰਨ ਗਹੀਏ ਮਨ ਬਾਨੀ। ਇਸ ਲਈ ਕੇਵਲ ਦਰਵੇਸ਼ ਨਾ ਵੇਖ, ਉਹ ਕਹਿਣ ਲੱਗੇ ਸਰਬੱਗਿਆ ਪੂਰਨ ਪੁਰਖ ਜਗਤੇਸ਼ ਜਗਤ ਦਾ ਈਸ਼ਵਰ, ਉਹ ਆਪ ਦੁਨੀਆ ਦਾ ਉਹ ਕਰਤਾਰ, ਉਹ ਕਾਦਰ ਹੈ ਇਸ ਕੁਦਰਤ ਵਿੱਚ ਵਸਣ ਵਾਲਾ। ਤੇ ਜਾ ਕੇ ਉਹਨਾਂ ਦੇ ਚਰਨੀ ਪੈ ਜਾ ਕੇ ਉਹਨਾਂ ਦੀ ਸ਼ਰਨ ਵਿੱਚ ਉਹਨਾਂ ਦੇ ਅੱਗੇ ਆਪਣਾ ਆਪਾ ਸਮਰਪਣ ਕਰ ਦੇ। ਸੁਣਿਓ ਜਲਾਲ ਭੇਦ ਪਲ ਪਾਏ। ਜਦੋਂ ਇਸ ਜਲਾਲ ਸੈਯਦ ਨੇ ਬੋਲ ਸੁਣੇ, ਇਹਨੂੰ ਭੇਦ ਸਮਝ ਆ ਗਈ। ਸਾਨੂੰ ਵੀ ਸਮਝ ਆ ਜਾਏ ਕਿ ਗੁਰੂ ਗ੍ਰੰਥ ਸਾਹਿਬ ਕੇਵਲ ਅੱਖਰ ਨਹੀਂ ਹੈ। ਸਾਨੂੰ ਵੀ ਸਮਝ ਆ ਜਾਏ ਕਿ ਬਾਣੀ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਅਸੀਂ ਕੇਵਲ ਪੜ੍ਹੀਏ ਨਾ, ਉਹਨੂੰ ਮਹਿਸੂਸ ਕਰੋ। 10 ਪਾਤਸ਼ਾਹੀਆਂ ਦੀ ਜੋਤ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਕਹਿ ਤੇ ਰਹੇ ਹਾਂ ਵਾਹਿਗੁਰੂ, ਪਰ ਮਨ ਕੌਣ ਰਿਹਾ ਹੈ? ਗੱਲ ਤੇ ਮੰਨਣ ਤੇ ਖਲੋਤੀ ਹੈ। ਇਸ ਲਈ ਇਹਨੂੰ ਸਮਝ ਆ ਗਈ, ਇਹਨੇ ਮੰਨ ਲਈ ਬੋਲ ਕਿ ਜਿਹੜਾ ਕੋਲ ਮੈਂ ਆਇਆ ਹੁਣ ਤੱਕ ਮੈਨੂੰ ਲੱਗਾ ਦਰਵੇਸ਼ ਹੈ, ਪਰ ਤੁਹਾਡੇ ਬੋਲ ਸੁਣ ਕੇ ਮੈਨੂੰ ਯਕੀਨ ਹੋ ਗਿਆ ਕਿ ਉਹ ਆਪ ਹੀ ਇਸ ਕੁਦਰਤ ਦਾ ਮਾਲਕ ਹੈ। ਸ਼੍ਰੀ ਨਾਨਕ ਕੋ ਲਖਿਓ ਖੁਦਾਏ। ਲਖਿਓ ਮੈਨੇ ਜਾਣਨਾ ਸਮਝ ਲੈਣਾ, ਗੁਰੂ ਨਾਨਕ ਸਾਹਿਬ ਨੂੰ ਖੁਦਾ ਕਰਕੇ ਜਾਣ ਲਿਆ। ਤਬ ਆਹਾਰ ਉਤਰਿਓ ਲੇਖ ਆਈ। ਬਸ ਜਦੋਂ ਹੀ ਗੱਲ ਸਮਝ ਆਈ ਤੇ ਆਖਿਆ ਐਸਾ ਸਤਿਗੁਰੂ ਜੇ ਮਿਲਿਆ ਤਿਸ ਨੂੰ ਸਿਰ ਸੌਂਪੀਆ ਵਿੱਚੋਂ ਆਪ ਜਾਏ। ਜਦੋਂ ਵਿੱਚੋਂ ਆਪਾ ਚਲਾ ਗਿਆ, ਜਦੋਂ ਸ਼ਰੀਕ ਵਾਲੀ ਅਵਸਥਾ ਅੰਦਰੋਂ ਹਉਮੈ ਵਾਲੀ ਨਿਕਲ ਗਈ, ਫਿਰ ਕੀ ਹੋਇਆ? ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ। ਤੇ ਜਦੋਂ ਅੰਦਰੋਂ ਮੈਂ ਖਤਮ ਹੋ ਗਈ ਨਾ, ਜਦੋਂ ਸਮਝ ਆ ਗਈ ਤੂੰ ਹੀ ਤੂੰ, ਉਸੇ ਵੇਲੇ ਫਿਰ ਰੱਬੀ ਭੋਜਨ ਕਹਿੰਦੇ ਇਸ ਸੈਯਦ ਨੂੰ ਪ੍ਰਾਪਤ ਹੋ ਗਿਆ। ਸੁਖ ਸੋ ਸਗਰੀ ਰਹਿਣ ਬਿਤਾਈ। ਇਹਨੇ ਫਿਰ ਭੋਜਨ ਛਕਿਆ, ਇਹਦੇ ਅਪਰਾਧ ਮਾਫ। ਜਦੋਂ ਅੰਦਰ ਪਛਤਾਵਾ ਹੋ ਜਾਏ ਨਾ ਗਲਤੀ ਦਾ, ਵੀ ਵਾਕਈ ਮੇਰੇ ਕੋਲੋਂ ਇਹ ਭੁੱਲ ਗਲਤੀ ਹੋਈ ਹੈ, ਜਦੋਂ ਪਛਤਾਵਾ ਹੋ ਗਿਆ ਸਮਝ ਲਓ ਉਹਦੇ ਘਰੋਂ ਮਾਫੀ ਮਿਲ ਗਈ ਹੈ। ਪਰ ਪਛਤਾਵਾ ਦਿਲੋਂ ਨਹੀਂ ਨਾ ਹੁੰਦਾ। ਬੰਦਾ ਦਿਹਾੜੀ 'ਚ 100 ਵਾਰੀ ਮੂੰਹ ਕਹਿ ਦਿੰਦਾ ਹੈ ਵੀ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੈ, ਉਹ ਦਿਹਾੜੀ 'ਚ 20 ਵਾਰ ਕਹਿ ਲੈਂਦਾ ਹੈ। ਮਾਰੇ ਕਹਿੰਦੇ ਜਦੋਂ ਦਿਲੋਂ ਕਹੇਗਾ ਉਦੋਂ ਵਿਸ਼ਵਾਸ ਹੋਣਾ ਹੈ, ਨਹੀਂ ਤੇ ਬਹੁਰ ਇਸ ਦਾ ਵਿਸ਼ਵਾਸ ਨਾ ਹੋਵੇ।
ਇਹ ਸਵੇਰੇ ਕੁਝ ਕਹਿ ਦਿੰਦਾ ਹੈ, ਸ਼ਾਮੀ ਆ ਕੇ ਕੁਝ ਕਰ ਦਿੰਦਾ ਹੈ। ਇਸ ਲਈ ਜਦੋਂ ਇਹਨੇ ਦਿਲੋਂ ਪਛਤਾਵਾ ਕੀਤਾ ਤੇ ਇਹਦੇ ਅਪਰਾਧ ਬਖਸ਼ੇ ਗਏ। ਉਸੇ ਵੇਲੇ ਰੱਬੀ ਭੋਜਨ ਛਕਿਆ, ਸੁਖ ਸੋਂ ਸਗਰੀ ਰਹਿਣ ਬਤਾਈ। ਕਹਿੰਦੇ ਸੁਖ ਨਾਲ ਰਾਤ ਦਾ ਸਮਾਂ ਬਤੀਤ ਹੋਇਆ। ਹੋਰ ਭਈ ਇੱਛਾ ਕਰੀ ਜਾਉ ਸਿੰਧ ਕੇ ਪਾਰ। ਅੰਮ੍ਰਿਤ ਵੇਲਾ ਹੋਇਆ ਤੇ ਇਹਨੇ ਆਖਿਆ ਵੀ ਮਹੰਤ ਜੀ ਤੁਸੀਂ ਬੜੀ ਕਿਰਪਾ ਕੀਤੀ, ਮੈਨੂੰ ਗੁਰਮੁਖ ਦੇ ਅਰਥ ਸਮਝਾ ਦਿੱਤੇ, ਹੁਣ ਮੈਂ ਵਾਪਸ ਸਮੁੰਦਰ ਪਾਰ ਕਰਕੇ ਜਾਣਾ ਚਾਹੁੰਦਾ ਹਾਂ। ਆਇਓ ਤਬੇ ਜਹਾਜ਼ ਟਿਕ ਚੱਡਿਓ ਚੱਲਣ ਹਿਤ ਤਾਰ। ਕਹਿੰਦੇ ਨੇ ਜਿਹੜਾ ਸਮੁੰਦਰ ਦੇ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਜਾਣ ਵਾਲਾ ਜਹਾਜ਼ ਸੀ, ਉਹਦਾ ਜਦੋਂ ਸਮਾਂ ਆਇਆ ਉਹ ਕਿਨਾਰੇ ਤੇ ਲੱਗਾ। ਇਹ ਸੈਯਦ ਉਹਦੇ ਤੇ ਸਵਾਰ ਹੋ ਕੇ ਚੱਲਿਆ ਹੈ। ਸਿੰਧ ਉਰਾਰ ਆਏ ਕਰ ਤੂਰਨ। ਸਮੁੰਦਰ ਪਾਰ ਕੀਤਾ ਤੇ ਇਸ ਕਿਨਾਰੇ ਜਿੱਧਰਲੇ ਪਾਸਿਓਂ ਤੁਰਿਆ ਸੀ, ਗੁਰੂ ਨਾਨਕ ਸਾਹਿਬ ਵਾਲੇ ਪਾਸਿਓਂ, ਇਸ ਕਿਨਾਰੇ ਆ ਲੱਗਾ। ਪਹੁੰਚੋ ਜੈ ਸ਼੍ਰੀ ਨਾਨਕ ਪੂਰਨ। ਜਿੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਬਿਰਾਜਮਾਨ ਸਨ। ਕਹਿੰਦੇ ਇਹ ਜਿਹੜਾ ਜਲਾਲ ਸੈਯਦ ਉਸੇ ਵੇਲੇ ਗੁਰੂ ਸਾਹਿਬ ਕੋਲ ਪਹੁੰਚਿਆ ਹੈ। ਪਦ ਪੰਕਜ ਲਪਿਓ ਹਵੈ ਦੀਨਾ। ਆਉਂਦਿਆਂ ਸਾਰ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਲਿਪਟ ਗਿਆ। ਆਉਂਦਿਆਂ ਸਾਰ ਚਰਨਾਂ 'ਚ ਲਿਪਟ ਕੇ ਕਹਿੰਦਾ ਸਤਿਗੁਰ ਆਇਓ ਸ਼ਰਨ ਤੁਹਾਰੀ, ਮੈਂ ਹੁਣ ਤੁਹਾਡੀ ਸ਼ਰਨ ਵਿੱਚ ਆ ਗਿਆ ਹਾਂ, ਕਿਉਂਕਿ ਮੈਨੂੰ ਗੁਰਮੁਖ ਦੇ ਅਰਥ ਸਮਝ ਵਿੱਚ ਆ ਗਏ ਨੇ। ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ, ਸੱਜਣ ਸੋਹੇਲੇ ਰੱਖੋ ਰਾਖਣ ਹਰ ਦਇਆਲਾ ਨਾਨਕ ਘਰ ਕੇ ਗੋਲੇ। ਹੁਣ ਆਹ ਸੈਯਦ ਤੁਹਾਡੇ ਘਰ ਦਾ ਗੋਲਾ ਹੈ। ਹੁਣ ਤੁਸੀਂ ਮੇਰੇ ਪੀਰ ਹੋ ਤੇ ਮੈਂ ਤੁਹਾਡਾ ਮੁਰੀਦ ਹਾਂ। ਤੁਮ ਖੁਦਾਏ ਹੋ ਸਰਬ ਪ੍ਰਬੀਨਾ। ਕਿਉਂਕਿ ਮੈਨੂੰ ਸਮਝ ਗੁਰਮੁਖ ਦੇ ਅਰਥ ਨਾਲ ਕਿਉਂਕਿ ਗੁਰਮੁਖ ਉਹ ਜਿਹੜਾ ਭਾਣਾ ਮੰਨੇ, ਗੁਰਮੁਖ ਉਹ ਜਿਹੜਾ ਗੁਰੂ ਦੇ ਹੁਕਮ ਵਿੱਚ ਤੁਰੇ, ਮੈਨੂੰ ਇਹ ਸਮਝ ਆ ਗਈ। ਪਰ ਉਹਦੇ ਨਾਲ ਇਹ ਵੀ ਸਮਝ ਆ ਗਈ ਕਿ ਤੁਸੀਂ ਆਪ ਖੁਦਾ ਹੋ। ਕਰ ਉਸਤਤ ਬਹੁ ਬੈਠਿਓ ਪਾਸੂ। ਉਸਤਤ ਗੁਰੂ ਸਾਹਿਬ ਜੀ ਦੀ ਕਰਕੇ ਵੀ ਤੁਹਾਡੀ ਮੈਂ ਉਪਮਾ ਸੁਣ ਕੇ ਆਇਆ। ਊਚ ਅਪਾਰ ਬੇਅੰਤ ਸਵਾਮੀ, ਕੌਣ ਜਾਣੇ ਗੁਣ ਤੇਰੇ, ਗਵ ਤੇ ਉਧਰੈ ਸੁਣ ਤੇ ਉਧਰੈ ਬਿਨਸੈ, ਪਾਪ ਘਨੇਰੇ। ਮੈਨੂੰ ਸਮਝ ਆ ਗਈ ਹੈ। ਉਸੇ ਵੇਲੇ ਕਹਿੰਦੇ ਉਸਤਤ ਕਰਕੇ ਬੈਠੇ ਉਹ ਪਾਸ ਗੁਰੂ ਸਾਹਿਬ ਜੀ ਕੋਲ ਬੈਠ ਗਿਆ। ਬੋਲੇ ਬਚਨ ਸਗਲ ਸੁਖ ਰਾਸੂ। ਸੁੱਖਾਂ ਦੇ ਦਾਤੇ ਗੁਰੂ ਨਾਨਕ ਸਾਹਿਬ ਜੀ ਫਿਰ ਬੋਲੇ ਹਨ, ਜੋ ਕਛ ਅਰਥ ਸੁਣਿਓ ਤੈ ਜਾਈ। ਮਹਾਰਾਜ ਜੀ ਮੁਸਕਰਾ ਕੇ ਕਹਿੰਦੇ ਜਲਾਲ ਸੈਯਦ ਜਲਾਲ ਜੀ ਸਾਨੂੰ ਵੀ ਤਾਂ ਦੱਸੋ ਵੀ ਅਰਥ ਕਿਹੜੇ ਸਮਝ ਕੇ ਆਏ ਹੋ, ਗੁਰਮੁਖ ਦੇ ਅਰਥ ਕੀ ਸਮਝ ਕੇ ਆਏ ਹੋ, ਸਾਨੂੰ ਵੀ ਦੱਸਣਾ ਕਰੋ। ਸੋ ਜਲਾਲ ਤੁਮ ਦੇਹ ਬਤਾਈ। ਏਰ ਪੀਰ ਜੀ ਸਾਨੂੰ ਵੀ ਦੱਸਣਾ ਕਰੋ। ਤਬ ਹੀ ਪੀਰ ਜੋਰ ਕਰ ਕਹਿਹੀ। ਉਸੇ ਵੇਲੇ ਪੀਰ ਸੈਯਦ ਦੇ ਇਸ ਜਲਾਲ ਸੈਯਦ ਦੇ ਕਹਿੰਦੇ ਹੱਥ ਜਿਹੜੇ ਸੀ ਉਹ ਜੁੜ ਗਏ। ਤੁਮ ਕੋ ਸਭ ਕਿਛ ਰੋਸ਼ਨ ਐਹੀ। ਕਹਿੰਦੇ ਤੁਹਾਨੂੰ ਤੇ ਸਭ ਚਾਨਣ ਹੈ, ਰੋਸ਼ਨ ਮੈਨੇ ਚਾਨਣ, ਵੀ ਤੁਹਾਨੂੰ ਤਾਂ ਸਾਰਾ ਗਿਆਨ ਹੈ ਜੀ। ਨਹਿ ਜਾਣੋ ਤੋ ਬੁੱਝੋ ਮੋਕੋ। ਹਾਂ ਵੀ ਜੇ ਤੁਸੀਂ ਨਹੀਂ ਜਾਣਦੇ ਤਾਂ ਫਿਰ ਮੈਂ ਦੱਸਣ ਨੂੰ ਤਿਆਰ ਹਾਂ। ਤੁਸੀਂ ਕਹੋ ਵੀ ਤੁਹਾਨੂੰ ਨਹੀਂ ਪਤਾ, ਗੱਲ ਸਮਝ ਕੇ ਚੱਲਿਓ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਖਲੋ ਕੇ ਕਿੰਨਾ ਕੁਝ ਸੁਣਾਉਂਦੇ ਹਾਂ। ਮੈਂ ਇੰਨਾ ਨਿਤਨੇਮ ਕੀਤਾ, ਗੁਰੂ ਸਾਹਿਬ ਨੂੰ ਨਹੀਂ ਪਤਾ ਵੀ ਜਿਹੜਾ ਗੁਰੂ ਕਾ ਸਿੱਖ ਮੇਰੇ ਕੋਲ ਆਇਆ ਉਹ ਕਿੰਨਾ ਨਿਤਨੇਮੀ ਹੈ। ਮੈਨੂੰ ਆਪਣੇ ਮੂੰਹੋਂ ਕਹਿਣ ਦੀ ਜ਼ਰੂਰਤ ਹੈ। ਮੈਂ ਇੰਨਾ ਨਿਤਨੇਮ ਕੀਤਾ, ਮੈਂ ਇੰਨੀ ਵਾਰ ਪਾਠ ਕੀਤਾ, ਮੈਂ ਇੰਨੀ ਸੇਵਾ ਜੋੜੇ ਘਰ ਵਿੱਚ ਕਰਕੇ ਆਇਆ, ਮੈਂ ਇੰਨੇ ਦੀ ਰਸੀਦ ਕਟਾ ਕੇ ਆਇਆ। ਮੇਰਾ ਨਾਮ ਬਕਾਇਦਾ ਅਰਦਾਸ ਵਿੱਚ ਬੋਲਣਾ ਚਾਹੀਦਾ ਹੈ ਵੀ ਇੰਨੇ ਹਜ਼ਾਰ ਦੀ, ਇੰਨੇ 100 ਦੀ ਰਸੀਦ ਇਹਨੇ ਕਟਾਈ ਆ। ਜੇ ਨਹੀਂ ਨਾਮ ਲਿਆ ਤੇ ਫਿਰ ਔਖਾ ਵੀ ਹੋ ਜਾਂਦਾ ਵੀ ਮੇਰਾ ਨਾਮ ਕਿਉਂ ਨਹੀਂ ਲਿਆ। ਪਰ ਇਹ ਨਹੀਂ ਪਤਾ ਕਿ ਜਿਹਦੇ ਅੱਗੇ ਅਰਦਾਸ ਹੋ ਰਹੀ ਹੈ ਕਿ ਉਹਨੂੰ ਪਤਾ ਨਹੀਂ ਵੀ ਤੂੰ ਕਿੰਨਾ ਵੱਡਾ, ਕਿੰਨੀ ਕੁ ਸੇਵਾਵਾਂ ਨਿਭਾਉਣ ਵਾਲਾ ਹੈ, ਕਿੰਨਾ ਕੁ ਤੂੰ ਅੰਦਰ ਭਾਵਨਾ ਵਾਲਾ ਹੈ। ਬਿਨ ਬੋਲਿਆਂ ਸਭ ਕੁਛ ਜਾਣਦਾ ਇਸ ਆਗਿਆ ਕੀ ਹੈ ਅਰਦਾਸ। ਪਰ ਜੇ ਪਤਾ ਹੋਵੇ ਨਾ ਵੀ ਉਹ ਗੁਰੂ ਗ੍ਰੰਥ ਸਾਹਿਬ ਜੀ ਕੌਣ ਨੇ, ਇਹਦਾ ਮਤਲਬ ਜੇ ਅਸੀਂ ਸੁਣਾ ਰਹੇ ਹਾਂ ਬਾਰ-ਬਾਰ ਜਤਾ ਰਹੇ ਹਾਂ ਵੀ ਗੁਰੂ ਸਾਹਿਬ ਮੈਂ ਇੰਨਾ ਪਾਠ ਕੀਤਾ, ਇੰਨਾ ਸਿਮਰਨ ਕੀਤਾ, ਇੰਨਾ ਕੁਝ ਮੈਂ ਭੇਟ ਕੀਤਾ, ਇਹਦਾ ਮਤਲਬ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਸਮਝ ਨਹੀਂ ਹੈ। ਸੈਯਦ ਨੂੰ ਸਮਝ ਆ ਗਈ। ਕਹਿੰਦਾ ਮਹਾਰਾਜ ਜੀ ਮੈਂ ਦੱਸ ਦਿੰਦਾ ਵੀ ਮੈਨੂੰ ਅਰਥ ਕਿਹੜੇ ਸਮਝ ਆਏ, ਪਰ ਤਾਂ ਦੱਸਾਂਗਾ ਜੇ ਤੁਹਾਨੂੰ ਨਾ ਪਤਾ ਹੋਣ। ਤੁਹਾਨੂੰ ਸਭ ਪਤਾ ਹੈ। ਤੁਹਾਨੂੰ ਗੁਰੂ ਸਾਹਿਬ ਮਹਾਰਾਜ ਜੀ ਤੁਹਾਡੇ ਤੋਂ ਕੁਝ ਵੀ ਨਹੀਂ ਛੁਪਿਆ ਹੋਇਆ। ਨੈ ਜਾਣੋ ਤੋਂ ਬੁੱਝੋ ਮੋਕੋ। ਜੇ ਤੁਸੀਂ ਨਹੀਂ ਜਾਣਦੇ ਤਾਂ ਮੈਨੂੰ ਪੁੱਛੋ, ਫਿਰ ਮੈਂ ਦੱਸਾਂਗਾ। ਪਰ ਮੈਨੂੰ ਪਤਾ ਹੈ ਕਿ ਤੁਹਾਨੂੰ ਸਭ ਪਤਾ ਹੈ, ਤੁਹਾਡੇ ਤੋਂ ਕੁਝ ਛੁਪਿਆ ਨਹੀਂ ਹੈ। ਸਭ ਘਟ ਘਟ ਕੀ ਸੁਧ ਹੈ ਤੋ ਕੋ। ਮੇਰੇ ਹਿਰਦੇ ਦੀ ਨਹੀਂ, ਸਾਰਿਆਂ ਦੇ ਹਿਰਦਿਆਂ ਦੀ ਸੁਧ ਹੈ ਤੁਹਾਨੂੰ। ਸੁਧ ਮੈਨੇ ਖਬਰ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਤੁਸੀਂ ਸਾਰੇ ਭਲੇ ਬੁਰਿਆਂ ਦੇ ਅੰਦਰ ਦੀ ਜਾਣਨ ਵਾਲੇ ਹੋ। ਸ੍ਰੀ ਗੁਰੂ ਉਚਰਿਓ ਕਹੋ ਅਬ ਜਿਸ ਬਿਦ ਭਇਓ ਬਿਰਤਾਂਤ। ਮਹਾਰਾਜ ਜੀ ਕਹਿੰਦੇ ਆ ਨਹੀਂ ਤੇਰੇ ਮੁਖ ਤੋਂ ਸੁਣਨਾ ਸਾਨੂੰ ਪਤਾ ਹੈ, ਪਰ ਤੇਰੇ ਮੁਖ ਤੋਂ ਅਸੀਂ ਸੁਣਨਾ ਚਾਹੁੰਦੇ ਹਾਂ। ਤਬ ਜਲਾਲ ਬਚ ਮਾਨ ਕਹਿ ਪਣੀ ਸਰਬ ਨਿਜ ਬਾਤ। ਫਿਰ ਵੀ ਹੱਥ ਜੋੜ ਕੇ ਕਹਿੰਦਾ ਮਹਾਰਾਜ ਜੀ ਮੇਰੀ ਇੰਨੀ ਵੱਡੀ ਹਸਤੀ ਨਹੀਂ, ਮੇਰੀ ਇੰਨੀ ਅਵਸਥਾ ਨਹੀਂ ਕਿ ਮੈਂ ਤੁਹਾਨੂੰ ਕੁਝ ਬੋਲ ਕੇ ਦੱਸ ਸਕਾਂ, ਕਿਉਂਕਿ ਤੁਹਾਡੀ ਕਿਰਪਾ ਨਾਲ ਹੀ ਤੇ ਗਿਆਨ ਹੋਇਆ ਤੇ ਤੁਹਾਡੀ ਕਿਰਪਾ ਨਾਲ ਗਿਆਨ ਹੋਇਆ ਤੇ ਮੈਂ ਤੁਹਾਨੂੰ ਹੀ ਸਮਝਾਉਣ। ਜਿਵੇਂ ਇੱਕ ਦਿਨ ਬੇਨਤੀ ਕੀਤੀ ਸੀ ਕਿ ਬੱਚੇ ਮਾਂ-ਬਾਪ ਦੇ ਹੱਥਾਂ ਚੋਂ ਹੀ ਪਲੇ ਨੇ, ਵੱਡੇ ਹੋਏ ਨੇ, ਬੋਲਣਾ ਸਿੱਖਿਆ, ਪਹਿਨਣਾ ਸਿੱਖਿਆ, ਰਹਿਣਾ ਸਿੱਖਿਆ, ਖਾਣਾ ਪਹਿਲੀ ਵਾਰ ਤੇ ਮਾਂ ਖਵਾਉਂਦੀ ਹੈ, ਆਪਣੇ ਆਪ ਥੋੜੀ ਖਾਧਾ ਜਾਂਦਾ ਹੈ। ਮਾਂ ਖਵਾਉਂਦੀ ਆ ਵੀ ਬੱਚਿਆ ਇਦਾਂ ਬੁਰਕੀ ਤੋੜ, ਇਸ ਤਰ੍ਹਾਂ ਖਾ ਤੇ ਇਸ ਤਰ੍ਹਾਂ ਚਬਾ। ਇੱਕ ਦਿਨ ਮਾਂ ਨੂੰ ਕਹਿੰਦਾ ਮਾਂ ਮੇਰੀ ਸੁਸਾਇਟੀ ਦੇ ਬੰਦੇ ਆਇਆ, ਤੈਨੂੰ ਖਾਣਾ ਨਹੀਂ ਆਉਂਦਾ। ਇੱਕ ਦਿਨ ਬਾਪੂ ਨੂੰ, ਪਿਤਾ ਜੀ ਨੂੰ ਕਹਿ ਦਿੰਦਾ ਪਿਤਾ ਜੀ ਤੁਹਾਨੂੰ ਪਹਿਨਣਾ ਨਹੀਂ ਆਉਂਦਾ, ਮੇਰੀ ਹਾਈ ਸੁਸਾਇਟੀ ਦੇ ਮੇਰੇ ਮਿੱਤਰ ਆਏ ਨੇ ਤੇ ਤੁਹਾਨੂੰ ਚੱਜ ਨਾਲ ਪਹਿਨਣਾ ਨਹੀਂ ਆਉਂਦਾ। ਜਿਹਦੇ ਕੋਲੋਂ ਪਹਿਨਣਾ ਸਿੱਖਿਆ ਅਸੀਂ ਉਹਨੂੰ ਹੀ ਦੱਸਣ ਲੱਗ ਜਾਂਦੇ ਹਾਂ। ਜਿਹਦੇ ਕੋਲੋਂ ਖਾਣ ਦੀ ਜਾਂਚ ਸਿੱਖੀ, ਬੈਠਣ ਦੀ ਜਾਂਚ ਸਿੱਖੀ, ਤੁਰਨ ਦੀ ਜਾਂਚ ਸਿੱਖੀ, ਬੋਲਣ ਦੀ ਜਾਂਚ ਸਿੱਖੀ, ਇੱਕ ਦਿਨ ਇੰਨੇ ਵੱਡੇ ਹੋ ਗਏ ਕਿ ਮਾਂ-ਬਾਪ ਨੂੰ ਜਾਂਚ ਸਿਖਾਉਣ ਲੱਗ ਪਏ। ਅਸੀਂ ਇੰਨੇ ਵੱਡੇ ਨਹੀਂ ਕਿ ਅਸੀਂ ਗੁਰੂ ਨੂੰ ਮੱਤ ਦੇ ਸਕੀਏ, ਅਸੀਂ ਗੁਰੂ ਕੋਲੋਂ ਮੱਤ ਲੈਣ ਲਈ ਆਏ ਹਾਂ। ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜੀ ਰਾਮ। ਇੱਥੇ ਤੁੱਛ ਮੱਤ ਲੈ ਕੇ ਆਏ ਹਾਂ ਆਪਾਂ। ਹੁਣ ਇੱਥੇ ਕਿਹਾ ਮਹਾਰਾਜ ਜੀ ਤੁਸੀਂ ਕਹਿੰਦੇ ਹੋ ਤਾਂ ਮੈਂ ਆਪ ਜੀ ਦੇ ਸਨਮੁਖ ਇਹ ਬੋਲ ਰੱਖਦਾ, ਪਰ ਮੇਰੀ ਇੰਨੀ ਅਵਸਥਾ ਨਹੀਂ, ਤੁਸੀਂ ਸਭ ਜਾਣਦੇ ਹੋ। ਪਰ ਜੇ ਤੁਸੀਂ ਕਹਿੰਦੇ ਹੋ ਤਾਂ ਬਸ ਇੰਨੀ ਕੋਈ ਗੱਲ ਮੈਂ ਕਹਿ ਸਕਦਾ ਹਾਂ। ਪਾਣਾ ਮੰਨੇ ਗੁਰਮੁਖ ਸੋਈ। ਮੈਨੂੰ ਇੱਕ ਗੱਲ ਸਮਝ ਆ ਗਈ ਵੀ ਜਿਹੜਾ ਪਾਣਾ ਮੰਨੇ, ਜਿਹੜਾ ਹੁਕਮ ਮੰਨੇ ਉਹਨੂੰ ਗੁਰਮੁਖ ਕਹਿੰਦੇ ਹਨ। ਕਾਇਸ ਮੇਟੇ ਬੇਮੁਖ ਹੋਈ। ਤੇ ਜਿਹੜਾ ਉਹਦੇ ਹੁਕਮ ਨੂੰ ਮੇਟ ਦੇਵੇ, ਪਾਪ ਦੇ ਹੁਕਮ ਨੂੰ ਨਾ ਮੰਨੇ, ਉਹ ਬੇਮੁਖ ਹੈ। ਤੇ ਗੁਰਮੁਖ ਬਣ ਕੇ ਤੇ ਲਾਹਾ ਲੈ ਲਾਂਗੇ, ਪਰ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਫਿਰ ਉਹਨੂੰ ਮੁਕਤੀ ਨਹੀਂ ਕਿਤੇ ਮਿਲਣੀ। ਇਸ ਲਈ ਮਹਾਰਾਜਾ ਦੋ ਗੱਲਾਂ ਸਮਝ ਆ ਗਈਆਂ ਕਿ ਭਾਣਾ ਮੰਨਿਆ ਤੇ ਗੁਰਮੁਖ, ਨਾ ਮੰਨਿਆ ਤੇ ਮਨਮੁਖ ਹੁੰਦਾ ਹੈ। ਪ੍ਰਿਥਮੇ ਇਸ ਵਿਦ ਥੋ ਅਗਿਆਤਾ। ਬਸ ਮਹਾਰਾਜ ਜੀ ਬਾਕੀ ਤੁਹਾਨੂੰ ਸਭ ਗਿਆਨ ਹੈ। ਤੁਮ ਮਿਲਣੇ ਤੇ ਪਾਸ ਗਿਆਤਾ। ਇਹ ਤੁਹਾਨੂੰ ਮਿਲਣ ਤੋਂ ਬਾਅਦ ਹੀ ਸਾਰੀਆਂ ਬਖਸ਼ਿਸ਼ਾਂ ਮੈਨੂੰ ਮਿਲੀਆਂ ਹਨ। ਇਸ ਪ੍ਰਕਾਰ ਤੇ ਦੇ ਉਪਦੇਸ਼ਾ। ਇਸ ਲਈ ਮਹਾਰਾਜ ਜਿਵੇਂ ਇੰਨੀ ਵੱਡੀ ਕਿਰਪਾ ਮੇਰੇ ਤੇ ਕੀਤੀ ਹੈ, ਅਸੀਂ ਵੀ ਜਿੰਨੀ ਵਾਰ ਆਉਣਾ ਇਹ ਕਈਆ ਜ਼ਰੂਰ ਕਿਆ ਕਰੀਏ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਨੀ, ਸਾਧ ਸੰਗਤ ਕੇ ਅੰਚਲ ਲਾਗੋ, ਬਿਖਮ ਨਦੀ ਜਾਏ ਤਰਨੀ। ਮਹਾਰਾਜ ਜੀ ਮੈਂ ਇੰਨਾ ਜੋਗਾ ਨਹੀਂ ਕਿ ਆਪਣੀ ਜ਼ਿੰਦਗੀ ਦੀ
ਦੀ ਬੇੜੀ ਪਾਰ ਕਰ ਸਕਾਂ। ਆ ਗੁਰਮੁਖਾਂ ਦੀ ਸੰਗਤ ਨਾਲ ਰੰਗ ਰਤੜੀਆਂ ਰੂਹਾਂ ਦੀ ਸੰਗਤ ਦੇ ਦਿਓ ਤਾਂ ਕਿ ਇਹਨਾਂ ਦੇ ਸਹਾਰੇ ਕਿਤੇ ਮੈਂ ਵੀ ਤਰ ਜਾਵਾਂ। ਇਸ ਲਈ ਮਹਾਰਾਜ ਨੂੰ ਆਖਿਆ, ਮਹਾਰਾਜ ਜਿੱਥੇ ਏਡੀ ਵੱਡੀ ਕਿਰਪਾ ਕੀਤੀ ਮੈਨੂੰ ਹੋਰ ਉਪਦੇਸ਼ ਦੇ ਕੇ ਨਿਵਾਜੋ ਜੀ। ਚਲਣੇ ਤਿਆਰ ਭਏ ਜਗਤੇਸ਼ਾ। ਗੁਰੂ ਸਾਹਿਬ ਨੇ ਇਹਨੂੰ ਹੋਰ ਗੁਰਮਤ ਦਾ ਚਾਨਣ ਦੇ ਕੇ, ਹੁਕਮ ਵਿੱਚ ਚੱਲਣ ਦੀ ਅੰਦਰ ਬਖਸ਼ਿਸ਼ ਦੇ ਕੇ ਅੱਗੇ ਨੂੰ ਚੱਲਣ ਦੀ ਤਿਆਰੀ ਕਰ ਲਈ। ਕਰ ਕੈ ਬੰਧਨ ਬਿਨੈ ਬਖਾਨੀ। ਜਦੋਂ ਗੁਰੂ ਸਾਹਿਬ ਚੱਲਣ ਲੱਗੇ ਇਹਨੇ ਹੱਥ ਜੋੜ ਕੇ ਬੇਨਤੀ ਕੀਤੀ, ਸੇਵਕ ਭਇਓ ਕਰਮ ਮਨ ਬਾਨੀ। ਮਹਾਰਾਜ ਜੀ ਮੈਂ ਮਨ ਬਚ ਕਰਮ ਕਰਕੇ ਤੁਹਾਡਾ ਸੇਵਕ ਗੋਲਾ ਬਣ ਗਿਆ ਹਾਂ। ਸ੍ਰੀ ਗੁਰੂ ਤੇ ਕੋ ਧੀਰਜ ਦੀਨਾ। ਗੁਰੂ ਸਾਹਿਬ ਜੀ ਨੇ ਉਹਨੂੰ ਧੀਰਜ ਦੇਣਾ ਕੀਤਾ ਵੀ ਜੇ ਮਨ ਬਚ ਕਰਮ ਕਰਕੇ ਤੂੰ ਮੇਰਾ ਹੈ ਫਿਰ ਚਿੰਤਾ ਨਾ ਕਰ, ਮੈਂ ਵੀ ਹਰ ਵੇਲੇ ਤੇਰਾ ਹਾਂ। ਫਿਰ ਤੂੰ ਕਹਿ ਸਕਦਾ ਹੈ ਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ। ਪਰ ਕਿਹਨਾਂ ਦੇ? ਜਿਹੜੇ ਮਨ ਬਚ ਕਰਮ ਕਰਕੇ ਗੁਰੂ ਦੇ ਹੋ ਜਾਂਦੇ ਹਨ। ਬੋਹਰੋ ਆਪ ਭਿਆਨਾ ਕੀਨਾ। ਫਿਰ ਗੁਰੂ ਮਹਾਰਾਜ ਧੀਰਜ ਦੇ ਕੇ ਇਥੋਂ ਅੱਗੇ ਚੱਲੇ ਪਾਉਂਦੇ ਹਨ। ਕੇਵਲ ਕਾਰਜ ਨਰਨ ਉਦਾਹਰਣ। ਮਹਾਰਾਜ ਜੀ ਦਾ ਕੇਵਲ ਮਕਸਦ ਇਹ ਹੈ ਕਿ ਜੀਆਂ ਦਾ ਉਧਾਰ ਕਰਨਾ, ਭੁੱਲੀਆਂ ਭਟਕੀਆਂ ਨੂੰ ਸਿੱਧੇ ਮਾਰਗ ਤੇ ਪਾਉਣਾ। ਭਗਤ ਗਿਆਨ ਕੀ ਸਮਤ ਸਿਖਾਰਣ। ਮਹਾਰਾਜ ਜੀ ਭਗਤੀ ਦੀ ਦਾਤ ਦਿੰਦੇ ਆ, ਗਿਆਨ ਦੀ ਦਾਤ ਦਿੰਦੇ ਆ, ਔਰ ਕੁਮਤ ਨੂੰ ਖਤਮ ਕਰਕੇ ਸੁਮਤ ਦੀ ਦਾਤ ਦਿੰਦੇ ਨੇ। ਇੱਥੋਂ ਹੁਣ ਮਹਾਰਾਜ ਜੀ ਚੱਲੇ ਪਾ ਕੇ ਅੱਗੇ ਕਿਹੜੇ ਇਲਾਕੇ ਵਿੱਚ ਜਾ ਕੇ ਗੁਰੂ ਸਾਹਿਬ ਨਿਵਾਜਦੇ ਨੇ ਉਹ ਅਗਲੇਰੇ ਸਮੇਂ 'ਚ ਆਪਾਂ ਇਤਿਹਾਸ ਨੂੰ ਜਾਣਨ ਦਾ ਯਤਨ ਕਰਾਂਗੇ ਔਰ ਨਾਲ ਦੀ ਨਾਲ ਬੇਨਤੀਆਂ ਵੀ ਕਰਾਂਗੇ। ਮਹਾਰਾਜ ਤੁਸੀਂ ਸਾਡੇ ਪੀਰ ਹੋ ਤੇ ਅਸੀਂ ਤੁਹਾਡੇ ਮੁਰੀਦ ਹਾਂ, ਤੁਸੀਂ ਗੁਰੂ ਹੋ ਤੇ ਅਸੀਂ ਤੁਹਾਡੇ ਚਰਨਾਂ ਦੇ ਗੋਲੇ ਹਾਂ। ਬਸ ਸਾਡੀ ਲਾਜ ਰੱਖ ਲਿਓ, ਅਸੀਂ ਤੁਹਾਡਾ ਦਰ ਛੱਡ ਕੇ ਕਿਤੇ ਭਟਕ ਨਾ ਜਾਈਏ, ਗੁੰਮਰਾਹ ਨਾ ਹੋ ਜਾਈਏ। ਬਸ ਤੁਹਾਡੇ ਦਰ ਤੇ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਕਰਨਾ ਚਾਹੁੰਦੇ ਹਾਂ, ਬਾਣੀ ਵਿੱਚ ਹੁਕਮ ਵਿੱਚ ਚੱਲਣਾ ਚਾਹੁੰਦੇ ਹਾਂ। ਇਸ ਲਈ ਕਿਰਪਾ ਕਰੋ। ਨਾਨਕ ਕਰਕੇ ਗੋਲੇ, 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 ਨਾਨਕ ਕਰਕੇ ਗੋਲੇ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ। ਤੁਮ ਹੀ ਸੱਜਣ ਸੁਹੇਲੇ, ਤੁਮ ਹੀ ਸੱਜਣ ਸੁਹੇਲੇ, ਤੁਮ ਹੀ ਸੱਜਣ ਸੁਹੇਲੇ, ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਣ ਹਾਰ ਦਇਆਲਾ, ਰਾਖੋ ਰਾਖਣ ਹਾਰ ਦਇਆਲਾ, ਰਾਖੋ ਰਾਖਣ ਹਾਰ ਦਿਆਲਾ, ਰਾਖੋ ਰਾਖਣ ਹਾਰ ਦਿਆਲਾ। ਨਾਨਕ ਕਰਕੇ ਗੋਲੇ, ਨਾਨਕ ਕਰਕੇ ਗੋਲੇ, ਨਾਨਕ ਕਰਕੇ ਗੋਲੇ, ਨਾਨਕ ਕਰਕੇ ਗੋਲੇ। ਗੁਰੂ ਪਾਤਸ਼ਾਹ ਕਿਰਪਾ ਕਰਨ, ਆਪ ਵੀ ਬਾਣੀ ਤੇ ਬਾਣੀ ਦੇ ਧਾਰਨੀ ਬਣੀਏ, ਹੋਰਾਂ ਨੂੰ ਵੀ ਗੁਰੂ ਘਰ ਗੁਰੂ ਚਰਨਾਂ ਨਾਲ ਜੁੜੀਏ ਤਾਂ ਕਿ ਗੁਰੂ ਸਾਹਿਬ ਜੀ ਦਾ ਪਾਣਾ ਮੰਨਦੇ ਹਾਂ, ਹੁਕਮ ਦੇ ਵਿੱਚ ਚੱਲਦੇ ਹਾਂ, ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦਿਆਂ ਹੋਇਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ। ਅੱਗੇ ਤੋਂ ਮੇਰ ਦਾ ਹੱਥ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ